सखा प्रभ सोए मैं मीत सखा प्रभ सोए मैं मीत सखा। मेरे मन मैं मीत सखा प्रभ सोए मैं मीत सखा प्रभ सोए मैं मीत सखा प्रभ। पुत कुलत मोह बिख है अंत बेली कोए न होए अंत बेली कोए न होए अंत बेली कोए न। अंत बेली कोए न होए अंत बेली कोए न होए अंत बेली कोए न। पाही रे वाहिगुरू पाही रे मैं मीत सखा प्रभ सोए। खिमा करना संगत जीओ, गुरु पातशाह जी के पावन चरणों में आन जुड़ बैठे हो, बहुत भले हो। बाला प्रीतम सतगुरां की गोद विच अनेकों सत्संगी ने जिहड़े रोज़ ही जुड़ते हैं, भावें वो शरीर करके इत्थे पहुँच जाते हैं गुरुद्वारा बंगला साहब विखे, और बेअंत ने वो व्यक्ति जो सुरती करके बंगला साहब इस वेले पहुँच जाते हैं, जिहड़े देश के वक्रे वक्रे भागों में भी वसते हैं तो प्रदेशों में भी वसते हैं। मैं सबना नूं जी आया कहता, मैं सबना का अभिनंदन करदा जिन्हां दे सन्मुख गुरु पातशाह जी ने अज मैनू शब्द की विचार करने का अवसर प्रदान किया है। सद बलिहारी तिन्हां दे सुनते हर कथा, जे सुनते हर कथा सद बलिहारी तिन्हां पूरे ते प्रधान निवावे प्रभ मथा। भले सतगुरां ने अज आखिया पावन श्री मुखवाक जो अमृत वेले सानू आया, हूँ बलिहारी तिन को जो गुरमुख सिखा, जो हरि नाम ते आए दे तिन दर्शन पिखा। सुन कीर्तन हरि गुण रमा हर जस मन लिखा, हरि नाम सलाही रंग स्यों सब किरबिख कृखा। क्यों धन धन सुहावा सो शरीर थान है जिथै मेरा गुर तरे विखा। वो शरीर स्थान धन है, जिस शरीर स्थान विच जिस हिरदे स्थान ते सतगुरां दा कदम टिकदा है, सतगुरां दा चरण टिकदा है, सतगुरां दा बचन टिकदा है। आप सारे पढ़े हो। मानयोग सिंह साहब जी होरां दा गुरुद्वारा साहब की मैनेजमेंट का सबना का मैं हार्दिक तौर पर धन्यवाद करता। सतगुरु जी महाराज ने जो अज पावन वचन आख्या है, श्री राग जो पहला राग है श्री गुरु ग्रंथ साहिब जी दे विच दर्ज, उस दे विच पहला सतगुरु गुरु नानक साहब महाराज के शब्द आए, फिर गुरु अमरदास साहब के शब्द आए 31 ते 33।
ਫਿਰ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਬਦ ਆਰੰਭ ਹੋਏ ਔਰ ਉਹਨਾਂ ਦੇ ਸੰਗ੍ਰਹਿ ਦਾ ਇਹ 6ਵਾਂ ਅਖੀਰਲਾ ਸ਼ਬਦ ਹੈ। ਭਲਕੇ 5ਵੇਂ ਪਾਤਸ਼ਾਹ ਜੀ ਦੀ ਬਾਣੀ ਫਿਰ ਇੱਥੋਂ ਆਰੰਭ ਹੋ ਜਾਂਦੀ ਹੈ ਸ੍ਰੀ ਰਾਗ ਦੇ ਵਿੱਚ। 4 ਪਦਾਂ 'ਤੇ ਆਧਾਰਿਤ ਇਹ ਪਾਵਨ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 41 ਅਤੇ 42 ਤੇ ਸੁਭਾਇਮਾਨ ਹੈ। ਜੋ 4 ਪਦਾਂ 'ਤੇ ਆਧਾਰਿਤ ਇਸ ਸ਼ਬਦ ਦੇ ਹਰ ਪਦ ਦੀਆਂ 3-3 ਪੰਕਤੀਆਂ ਨੇ। ਰਹਾਉ ਦੀਆਂ ਪੰਕਤੀਆਂ ਜੁਦਾ, ਰਹਾਉ ਦੀਆਂ ਪੰਕਤੀਆਂ ਸਨ ਜਿਹੜੀਆਂ ਆਪਾਂ ਸਾਰੇ ਦੁਹਰਾ ਰਹੇ ਸਾਂ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕੁਲੱਤ ਮੋਹ ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਸ਼ਬਦ ਦਾ ਕੇਂਦਰੀ ਭਾਵ ਹੈ। ਐਸਾ ਹੀ ਵਿਚਾਰਵਾਨ ਵਿਦਵਾਨ ਸੱਜਣ ਸਾਨੂੰ ਦੱਸਿਆ ਕਰਦੇ ਨੇ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਆਪਣੇ ਜੀਵਨ ਦੇ ਬਾਬਤ ਇਹ ਗੱਲ ਕਰ ਰਹੇ ਨੇ। ਆਪਣਾ ਜੀਵਨ ਦਾ ਅਨੁਭਵ ਸਾਡੀ ਝੋਲੀ ਵਿੱਚ ਪਾ ਰਹੇ ਨੇ, ਜਾਂ ਆਪਣਾ ਜੀਵਨ ਅਨੁਭਵ ਜਿਹੜਾ ਹੈ ਸਾਡੀ ਝੋਲੀ ਵਿੱਚ ਪਾਉਂਦਿਆਂ ਸਾਨੂੰ ਵੀ ਇੱਥੇ ਲਿਆਉਣਾ ਚਾਹੁੰਦੇ ਨੇ। ਤੁਸੀਂ ਵੀ ਸਾਰੇ ਇਉਂ ਸਮਝੋ, ਜੀਵਨ ਦੇ ਵਿੱਚ ਉਹ ਘੜੀ ਆ ਜਾਵੇ ਜ਼ਰੂਰ, ਉਹ ਪਲ ਆ ਜਾਵੇ ਜ਼ਰੂਰ ਕਿ ਤੁਸੀਂ ਇਸ ਅਵਸਥਾ ਨੂੰ ਮਾਣ ਸਕੋ। ਇਹ ਅਵਸਥਾ ਤੁਸੀਂ ਵੀ ਸਾਰਿਆਂ ਨਾਲ ਸਾਂਝੀ ਕਰਦਿਆਂ ਹੋਇਆਂ ਕਹਿ ਸਕੋ, ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਮੇਰਾ ਮਿੱਤਰ, ਮੇਰਾ ਬੇਲੀ ਕੇਵਲ ਪ੍ਰਭੂ ਹੀ ਹੈ। ਮੈਂ ਦੇਖਿਆ, ਮੈਂ ਮਹਿਸੂਸ ਕੀਤਾ, ਮੈਂ ਜਾਣਿਆ। ਮੇਰੇ ਜੀਵਨ ਦਾ ਅਨੁਭਵ ਹੈ ਕਿ ਪੁੱਤ ਕੁਲੱਤ ਮੋਹ ਬਿਖ ਹੈ। ਪੁੱਤਰ ਕੁਲੱਤ ਸ਼ਬਦ ਆਇਆ, ਕਲੱਤਰ, ਕਲੱਤਰ ਮੈਨਾ ਇਸਤਰੀ ਪਤਨੀ, ਪੁੱਤਰ ਹੋਇਆ, ਪਤਨੀ ਹੋਏ। ਕੇਵਲ ਪੁੱਤਰ ਪਤਨੀ ਨਹੀਂ ਹੈ, ਭਾਵ ਹੈ ਸਾਰੇ ਸੰਬੰਧੀ। ਇਹਨਾਂ ਨਾਲ ਮੋਹ, ਇਹਨਾਂ ਦੀ ਪਕੜ। ਕੀ ਸ਼ਬਦ ਵਰਤਿਆ ਸਤਿਗੁਰਾਂ ਨੇ? ਬਿਖ ਹੈ, ਬਿਖ, ਵਿਸ਼, ਜ਼ਹਿਰ, ਜ਼ਹਿਰ ਹੈ। ਹੁਣ ਅਸੀਂ ਸਮਝ ਸਕਦੇ ਹਾਂ ਕਿ ਜਿਤਨਾ ਵੀ ਕੋਈ ਮਨੁੱਖ ਮੋਹ ਦੇ ਅਧੀਨ ਹੋਵੇਗਾ, ਸਪਸ਼ਟ ਹੈ ਕਿ ਆਤਮਿਕ ਤੌਰ 'ਤੇ ਉਨੀ ਉਹ ਜ਼ਹਿਰ ਦੇ ਵਰਤੋਂ ਕਰ ਰਿਹਾ ਹੈ। ਆਪਣੇ ਆਤਮਿਕ ਜੀਵਨ ਦੇ ਵਿੱਚ ਉਨੀ ਜ਼ਹਿਰ ਇਕੱਠੀ ਕਰ ਰਿਹਾ ਹੈ। ਅਤੇ ਜ਼ਹਿਰ ਕਾਹਦੀ ਹੋਈ? ਜਿਹੜੀ ਮੌਤ ਨਾ ਲਿਆਵੇ। ਫਿਰ ਆਤਮਿਕ ਮੌਤ 'ਤੇ ਬੰਦੇ ਮਰਦੇ ਨੇ, ਪਰੇਸ਼ਾਨ ਹੁੰਦੇ ਨੇ। ਫਿਰ ਹੋਰ ਕੀ ਹੈ? ਪੁੱਤਰ ਦਾ, ਪਰਿਵਾਰ ਦਾ ਭਾਵ ਸੰਬੰਧੀਆਂ ਦਾ ਮੋਹ, ਜਿਸ ਮੋਹ ਦੇ ਅਧੀਨ ਹੋ ਕੇ ਜਦੋਂ ਬੰਦਾ ਚੱਲਦਾ ਹੈ ਤਾਂ ਫਿਰ ਐਂ ਸਮਝ ਲਿਆ ਜਾਵੇ ਉਹ ਜ਼ਹਿਰ ਖਾ ਰਿਹਾ ਹੈ। ਵਾਹਿਗੁਰੂ। ਅਤੇ ਹਜ਼ੂਰ ਨੇ ਸਪਸ਼ਟ ਕਰ ਦਿੱਤਾ, ਚੇਤਾ ਰੱਖਿਓ ਜੇ ਅੰਤ ਬੇਲੀ ਕੋਏ ਨਾ ਹੋਏ। ਪਰਿਵਾਰ ਵਿੱਚ, ਸੰਬੰਧੀਆਂ ਦੇ ਵਿੱਚੋਂ, ਇਹਨਾਂ ਸਾਰਿਆਂ ਦੇ ਵਿੱਚੋਂ ਅੰਤ। ਇੱਥੇ ਅੰਤ ਤੋਂ ਭਾਵ ਇਹ ਨਹੀਂ ਕਿ ਜਿਸ ਵੇਲੇ ਸਵਾਸ ਮੁੱਕਣ ਲੱਗਣਗੇ ਉਸ ਵੇਲੇ, ਜਾਂ ਸਵਾਸ ਮੁੱਕ ਜਾਣ ਤੋਂ ਬਾਅਦ ਜਦੋਂ ਕਿਤੇ ਧਰਮ ਰਾਏ ਦੇ ਪੇਸ਼ ਹੋਣਾ ਹੋਵੇਗਾ ਉਸ ਵੇਲੇ ਕੋਈ ਬੇਲੀ ਨਹੀਂ ਹੋਵੇਗਾ, ਕੋਈ ਹੱਥ ਨਹੀਂ ਫੜੇਗਾ, ਕੋਈ ਵਿਟਨੈਸ ਨਹੀਂ ਦੇਗਾ, ਕੋਈ ਸਹਾਇਤਾ ਨਹੀਂ ਕਰੇਗਾ। ਇਹ ਨਹੀਂ ਬਾਤ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਹਰੇਕ ਮਨੁੱਖ ਦਾ ਨਾ ਆਪਣਾ ਆਪਣਾ ਸਫ਼ਰ ਹੈ। ਇਹ ਜਿਤਨੇ ਸੰਬੰਧੀ ਨੇ ਇਹ ਸਾਰੇ ਉਸ ਸਫ਼ਰ ਵਿੱਚ ਕੋਈ ਕਦੋਂ ਮਿਲਿਆ ਅਤੇ ਕੋਈ ਕਦੋਂ ਮਿਲਿਆ। ਅਤੇ ਜਿਸ ਵੇਲੇ ਇਹਨਾਂ ਦੀ ਮੰਜ਼ਿਲ ਇਹਨਾਂ ਨੂੰ ਮਿਲ ਜਾਂਦੀ ਹੈ ਫਿਰ ਉਸ ਵੇਲੇ ਸਾਥ ਵੀ ਛੱਡ ਜਾਂਦੇ ਨੇ, ਕਿਉਂਕਿ ਉਹਨਾਂ ਦਾ ਆਪਣਾ ਸਫ਼ਰ ਹੈ। ਅਤੇ ਜਿਸ ਵੇਲੇ ਨਾ ਉਹਨਾਂ ਦਾ ਸਫ਼ਰ ਸਾਡੇ ਸਾਥ ਤੋਂ ਕਿਸੇ ਵੇਲੇ ਪੀੜਤ ਹੁੰਦਾ ਹੈ ਨਾ, ਉਹਨਾਂ ਨੂੰ ਸੁੱਖ ਨਹੀਂ ਮਿਲਦਾ ਅਤੇ ਦੁੱਖ ਮਿਲਣ ਲੱਗ ਪੈਂਦਾ ਹੈ, ਮੂੰਹ ਮੋੜ ਜਾਂਦੇ ਨੇ ਉਹ। ਔਰ ਇਹ ਸਭਨਾਂ ਦਾ ਵਤੀਰਾ ਹੈ।
ਅੰਤ ਬੇਲੀ ਕੋਏ ਨਾ ਹੋਏ। ਸਤਿਗੁਰਾਂ ਨੇ ਇੱਕ ਦੋ ਦੀ ਗੱਲ ਨਹੀਂ ਕੀਤੀ, ਕੇਵਲ ਪੁੱਤਰ ਕਲੱਤਰ ਤੇ ਹੀ ਨਹੀਂ ਕਿ ਪਤੀ ਨਹੀਂ ਐਵੇਂ ਕਰਦਾ, ਮਾਂ ਬਾਪ ਨਹੀਂ ਐਵੇਂ ਕਰਦੇ, ਕਿ ਬਾਕੀ ਰਿਸ਼ਤੇਦਾਰ ਹੋਰ ਸਾਰੇ ਨਹੀਂ ਕਰਦੇ, ਸਾਰਿਆਂ ਦਾ ਹੀ ਇਹ ਹਾਲ ਹੈ। ਅੰਤ ਬੇਲੀ ਕੋਏ ਨਾ ਹੋਏ। ਜਿਸ ਵੇਲੇ ਅਸੀਂ ਗੰਭੀਰਤਾ ਨਾਲ ਵਿਚਾਰਾਂਗੇ ਤੇ ਵਿਚਾਰਦਿਆਂ ਹੋਇਆਂ ਅਸੀਂ ਇੱਥੇ ਪਹੁੰਚਾਂਗੇ ਤੇ ਬਾਕੀਆਂ ਨੇ ਸਾਥ ਕੀ ਦੇਣਾ ਹੈ? ਸਾਡਾ ਤਾਂ ਸਰੀਰ ਹੀ ਸਾਥ ਨਹੀਂ ਦਿੰਦਾ। ਇੱਕ ਦਿਨ ਚੱਲਦਿਆਂ ਸਰੀਰ ਵੀ ਸਾਡਾ ਸਾਥ ਛੱਡਣ ਲੱਗ ਪੈਂਦਾ ਹੈ। ਤੇ ਜਿਸ ਵੇਲੇ ਅਸੀਂ ਸਰੀਰ ਨਾਲ ਮੋਹ ਕਰਦੇ ਹਾਂ, ਸਰੀਰ ਸਾਥ ਛੱਡਦਾ ਹੈ ਤੇ ਸਰੀਰ ਦੇ ਨਾਲ ਹੀ ਸਾਰਾ ਸੰਸਾਰ ਹੈ। ਗੰਭੀਰਤਾ ਨਾਲ ਵਿਚਾਰਾਂਗੇ ਨਾ ਜਿਸ ਵੇਲੇ ਅਸੀਂ, ਤਾਂ ਸਰੀਰ ਦੇ ਨਾਲ ਹੀ ਸਾਰਾ ਸੰਸਾਰ ਹੈ ਤੇ ਸੰਸਾਰ ਦਾ ਹਿੱਸਾ ਹੈ। ਸਰੀਰ ਹੈ ਤੇ ਸੰਬੰਧੀ ਨੇ। ਸੰਬੰਧ ਸਾਡਾ ਮਾਂ ਬਾਪ ਦੇ ਨਾਲ ਹੈ, ਸੰਬੰਧ ਸਾਡਾ ਭੈਣਾਂ ਭਰਾਵਾਂ ਦੇ ਨਾਲ ਹੈ, ਸੰਬੰਧ ਸਾਡਾ ਪਤੀ ਦਾ ਪਤਨੀ ਤੇ ਪਤਨੀ ਦਾ ਪਤੀ ਦੇ ਨਾਲ ਹੈ, ਸੰਬੰਧ ਸਾਡਾ ਬਾਕੀ ਸਾਰੇ ਭਾਈਚਾਰੇ ਨਾਲ ਹੈ, ਸਾਰੇ ਸਮਾਜ ਦੇ ਨਾਲ ਹੈ, ਸਾਰੇ ਸੰਸਾਰ ਨਾਲ ਹੈ ਤੇ ਸੰਸਾਰ ਦਾ ਹੀ ਹਿੱਸਾ ਹੈ। ਸੰਪਦਾ, ਧਨ ਪਦਾਰਥ, ਜ਼ਮੀਨ ਜਾਇਦਾਦ, ਹਾਂਜੀ, ਘਰ ਕੋਠੀਆਂ, ਸਾਰਾ ਕੁਛ ਕੀ ਹੈ ਹੋਰ? ਔਰ ਸਰੀਰ ਦੇ ਨਾਲ ਹੀ ਸੰਬੰਧ ਹੈ ਸਾਡੇ ਸਮਾਜਿਕ ਰੁਤਬਿਆਂ ਦਾ, ਸਮਾਜਿਕ ਪਦਵੀਆਂ ਦਾ। ਤੇ ਜਿਸ ਵੇਲੇ ਸਰੀਰ ਦਾ ਮੋਹ ਬਿਨਸਦਾ ਹੈ, ਆਟੋਮੈਟਿਕਲੀ ਕੁਦਰਤਨ ਹੀ ਸੰਬੰਧੀਆਂ ਦਾ ਮੋਹ ਵੀ ਖਤਮ ਹੋ ਗਿਆ, ਸੰਪਦਾ ਦਾ ਮੋਹ ਵੀ ਖਤਮ ਹੋ ਗਿਆ, ਹਾਂਜੀ, ਸਮਾਜਿਕ ਰੁਤਬਿਆਂ ਦਾ ਮੋਹ ਵੀ ਖਤਮ ਹੋ ਗਿਆ। ਫਿਰ ਕੋਈ ਪਿੱਛੇ ਲੈ ਕੇ ਤੁਰਦਾ ਹੈ? ਕੋਈ ਸੰਭਾਲਦਾ ਹੈ? ਕੌਣ ਸੰਭਾਲਦਾ ਹੈ? ਤੇ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਸੰਭਾਲਦਾ ਉਹੀ ਹੈ ਜਿਸ ਨੇ ਪਹਿਲਾਂ ਸਾਨੂੰ ਭੇਜਿਆ ਹੈ। ਸੰਭਾਲਦਾ ਉਹੀ ਹੈ। ਤੇ ਫਿਰ ਕਹਿੰਦੇ ਨੇ, ਹੁਣ ਤੁਸੀਂ ਚੇਤਾ ਰੱਖੋ, ਹਾਂ, ਅਖੀਰ 'ਤੇ ਵੀ ਉਹੀ ਸੰਭਾਲਦਾ ਹੈ। ਜਦੋਂ ਬਾਕੀ ਸਾਥ ਛੱਡ ਜਾਣ ਉਸ ਵੇਲੇ ਵੀ ਉਹੀ ਸੰਭਾਲਦਾ ਹੈ। ਜਨਮ ਵੀ ਸਾਨੂੰ ਉਹੀ ਦਿੰਦਾ ਹੈ। ਜਨਮ ਤੇ ਮੌਤ ਦੇ ਦਰਮਿਆਨ, ਜਨਮ ਤੇ ਮੌਤ ਦੇ ਦੌਰਾਨ, ਸਾਰਾ ਜੀਵਨ ਦੌਰਾਨ ਸਾਡੀ ਸੰਭਾਲ ਹੋਰ ਕੌਣ ਕਰਦਾ ਹੈ? ਮਾਣਯੋਗ ਜੀ ਨੇ ਇਸ਼ਾਰੇ ਮੁਤਾਬਕ ਬਚਨ ਕੀਤਾ। ਸਿੰਘ ਸਾਹਿਬ ਹੋਰਾਂ ਨੇ ਪੰਜਾਬੀ ਦੇ ਬਾਬਤ, ਗੁਰਮੁਖੀ ਪੜ੍ਹਾਉਣ ਦੇ ਬਾਬਤ ਵਿਸ਼ੇਸ਼ ਤੌਰ 'ਤੇ ਬਲ ਦਿੱਤਾ ਤਾਂ ਕਿ ਸਾਡੇ ਬੱਚੇ ਗੁਰਬਾਣੀ ਨਾਲ ਜੁੜੇ ਰਹਿਣ, ਜਿਹੜਾ ਕਿ ਸਾਡਾ ਸਾਰੇ ਮਾਪਿਆਂ ਦਾ ਫਿਕਰ ਹੈ, ਸਾਡੇ ਸਾਰਿਆਂ ਮਾਪਿਆਂ ਦਾ ਫਰਜ਼ ਹੈ, ਹੋਣਾ ਚਾਹੀਦਾ ਹੈ। ਤੇ ਬਚਨ ਕੀ ਕਰ ਰਹੇ ਸਨ? ਅੰਗਰੇਜ਼ੀ ਭਾਵੇਂ ਸਿੱਖ ਲਈ, ਭਾਵੇਂ ਸਪੈਨਿਸ਼ ਸਿੱਖ ਲਈ, ਭਾਵੇਂ ਕੋਈ ਹੋਰ ਬੋਲੀ ਸਿੱਖ ਲਈ, ਭਾਸ਼ਾ ਸਿੱਖ ਲਈ, ਲੇਕਿਨ ਅਸੀਂ ਸਭ ਕੁਝ ਸਿੱਖ ਕੇ ਵੀ ਅਸੀਂ ਗੁਰੂ ਪਰਮੇਸ਼ਰ ਦੇ ਸਨਮੁਖ ਹੋ ਕੇ ਅਸੀਂ ਅਰਦਾਸ ਕਰਦੇ ਹਾਂ। ਔਰ ਗੁਰੂ ਪਰਮੇਸ਼ਰ ਦੇ, ਗੁਰੂ ਦੇ ਸਨਮੁਖ ਖੜੋ ਕੇ ਅਰਦਾਸ ਕਰਦਿਆਂ ਹੋਇਆਂ ਸਾਡਾ ਧਿਆਨ ਪਰਮੇਸ਼ਰ ਦੇ ਚਰਨਾਂ ਵਿੱਚ ਹੈ, ਸ਼੍ਰੀ ਅਕਾਲ ਪੁਰਖ ਦੇ ਚਰਨਾਂ ਵਿੱਚ। ਔਰ ਸਾਨੂੰ ਅਹਿਸਾਸ ਹੋਵੇ ਕਿ ਜਿਹੜਾ ਗੁਰੂ ਫਿਰ ਸਾਨੂੰ ਉਸ ਪਰਮੇਸ਼ਰ ਨਾਲ ਜੋੜਦਾ ਹੈ, ਜੋ ਵਾਹ ਵਾਹ ਬਾਣੀ ਨਿਰੰਕਾਰ ਹੈ, ਫਿਰ ਸਾਨੂੰ ਉਸ ਦੇ ਚਰਨੀ ਲੱਗੇ ਰਹਿਣਾ ਚਾਹੀਦਾ ਹੈ ਨਾ, ਜੁੜੇ ਰਹਿਣਾ ਚਾਹੀਦਾ ਹੈ ਨਾ ਸਾਨੂੰ। ਜਿਸ ਵੇਲੇ ਬਾਕੀ ਸਾਰੇ ਆਪਣਾ ਪੱਲਾ ਛੁਡਾ ਜਾਂਦੇ ਨੇ ਤੇ ਉਸ ਵੇਲੇ ਫਿਰ ਅਸੀਂ ਕਿੱਥੇ ਜਾਂਦੇ ਹੁੰਦੇ ਹਾਂ? ਕਿਸ ਦੀ ਸ਼ਰਨ ਵਿੱਚ ਆਉਂਦੇ ਹੁੰਦੇ ਹਾਂ? ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀ ਵਾਰ ਉਚਾਰਨ ਕੀਤੀ ਹੋਈ ਹੈ ਸਾਰੰਗ ਦੇ ਵਿੱਚ। ਸਭ ਤੋਂ ਲੰਬੇਰੀ ਵਾਰ ਹੈ, 35 ਪੌੜੀਆਂ ਨੇ ਇਹਨਾਂ ਦੀਆਂ ਮਹਾਰਾਜ ਦੀਆਂ। ਇੱਕ ਪੌੜੀ 36ਵੀਂ, ਇੱਕ ਪੌੜੀ 5ਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ। ਤੇ ਉਹਨਾਂ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਆਖਦੇ ਨੇ, ਤੁਸੀਂ ਸੁਣਿਓ ਜੇ ਧਿਆਨ ਨਾਲ, ਇਸਤਰੀ ਪੁਰਖ ਹੈ ਬਹੁ ਪ੍ਰੀਤ ਮਿਰ ਮੋਹ ਵਧਾਇਆ। ਪਤਨੀ ਅਤੇ ਪੁਰਖ ਦੋਹਾਂ ਦੀ ਪ੍ਰੀਤ, ਮੋਹ ਦਾ ਵਾਧਾ ਹੋਇਆ, ਸੰਤਾਨ ਆ ਗਈ।
इस्त्री पुरख है बहु प्रीत मेरे मोह बधाया, पुत्र कलतर नित विख है विगसै मोह माया। हाँ जी, दोहां दे संजोग दे नाल, दोहां दे परिवारक जीवन विच गृहस्थ विच रल के चलण दे नाल धन पदार्थ आए, पुत्र आए, परिवार विच वाधा होया। मनुख वेखदा है, मर्द वेखदा है तो खुश हुंदा है, मेरी पत्नी, मेरे पुत्र, मेरा घर, मेरा आ, मेरा आओ, जो कि है। पर ना सतगुरु महाराज जिस पॉइंट का ध्यान दिवा रहे ना, उत्थे ध्यान रखना मोह, मोह वधाया। तो जिस वेले मोह पुगदा नहीं हुंदा, फिर तुर पैंदा। घर बार छड्ड के, बच्चियां बिलकदियां नूं छड्ड के, रोंदियां मापियां नूं छड्ड के फिर तुर पैंदा, मैं बई चलिया परदेस। हुण तां बड़े बड़े तजर्बे साडे सामने आ रहे हैं ना। मापे भी किला किला जमीन वेच के जो बच्चे नूं जहाजे चाढ़ देण ते रोंदे ने, फिर ते जाण वाला भी रोंदा है। ते दोवां दे विच गल किहड़ी हुंदी है? एक सांझी, इत्थे गुजारा नहीं हुंदा, उत्थे धन चोखा मिल जाता है। ते सतगुरु महाराज गुरु रामदास साहब सच्चे पातशाह जी सदियां पहलां बचन करते हैं, कहते हैं देश परदेश धन चुराए आन मोह पाया। देशा प्रदेशों में जाके ना मेरा किरत ही नहीं करता, फिर ठगियां भी मारदा है। धन चुराए ते चुरा के धन आन, आन दे नाने नूं सियारी है, लिया के मोह पाया। अपनी पत्नी दे, अपने बच्चों दे, अपने मापियां दे मूँह विच फिर पाउंदा है, लो खाओ तुसीं। ते सतगुरु महाराज कहते ने देखो मोह दा मारिया होया ਇੱਥੇ भी रुलदा रहा तो प्रदेशों में गया भी रुलदा रहा, चोरियां ठगियां दे नाल, ते जिन्हां नूं चोरी दा ठगी दा माल खवाउंदा रहा, उन्हां नूं पता नहीं ये किन्ना को धर्म दे नाल कमा के लिया है, किन्नी को इहदी दसां नवां दी कमाई है, कितनी को सच धर्म की बात है। कहते ने गुरु रामदास साहब नतीजा ये निकलता है, अंत होवे वैर विरोध को सक्का ना छड़ाया। अपने नाल ही फिर वैर विरोध पैदा हो जाता है। हुण उन्हां कोल उन्हां तां नहीं ना कुछ रह सकता हुंदा, क्योंकि उन्हां नूं सब कुछ पता है। अंत होवे वैर विरोध को सक्का ना छड़ाया, नानक विण नाम है त्रिग मोह जित लग दुख पाया। सतगुरु गुरु रामदास पातशाह महाराज कहते ने करतार नूं छड्ड के, रब्बी गुणां नूं छड्ड के, रब्बी सिफत सलाह नूं छड्ड के चंगे पासे तुरन दी बजाए मोह दे नाल चंबड़ के रह गया। घर भी छड्डिया ते बाहर प्रदेशों में भी खुआर हुंदा रहा, ते अंत नूं की होया? जित लग दुख पाया। फिर जिस दे नाल जुड़ के, जिस दे कारण करके दुखी होया, ऐसा मोह ठीक है। विण नाम है त्रिग मोह, लानत है ऐसे मोह। इत्थे एक गल जरूर ध्यान रखनी, जज्बे सारे पवित्र ने। जिथों काम बनता ना, जिसनों फिर बाद में काम आख्या जाता है, वो जज्बा भी बहुत जरूरी है संसार उत्पत्ति के वास्ते। लेकिन जिस वे संतुलन बिगड़ जाता है तो फिर काम बन जाता है। इस तरह क्रोध, इस तरह लोभ और इस तरह मोह। करतार ने, वाहिगुरू ने, जिसने सानू जी दिते ने, उन्हां जियां नाल प्यार करना, उन्हां जियां दी संभाल करनी। जिस माँ बाप ने सानू जन्म दिता है, उन्हां मापियां दी संभाल करनी तो कोई भुल नहीं है ना। वो तो नहीं कुछ भुलना। या संसार दे विच रहिंदे होइआं सानू समाजिक रुतबे नहीं चाहिए होंदे, सानू चाहिए होंदे ने। संसार में चलण वास्ते संपदा नहीं चाहिए, वो भी चाहिए होंदी है। संगत जीओ, मैं हाथ जोड़ के बेनती करदा, ये नखेड़ा कर सकना हर मनुख दे अपने वस की गल है। आप ही नखेड़ा कर सकता है कि मेरी ज़रूरत की है तो मेरी ज़रूरत की नहीं है। कोई शायद दूसरा
ਇਹ ਨਖੇੜਾ ਨਹੀਂ ਕਰ ਸਕਦਾ। ਸਾਨੂੰ ਇਹ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਬੰਦੇ ਨਹੀਂ ਸਮਝਦੇ, ਸਮਝ ਕੇ ਨਹੀਂ ਚੱਲਦੇ, ਫਿਰ ਇੱਕ ਦਿਨ ਪਰੇਸ਼ਾਨ ਹੁੰਦੇ ਨੇ, ਭਾਰੀ ਪਰੇਸ਼ਾਨ ਹੁੰਦੇ ਨੇ। ਭੱਟਾਂ ਨੇ ਸਿਰ ਨਿਵਾਇਆ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਤੇ ਸਭ ਤੋਂ ਪਹਿਲਾ ਬਚਨ ਕੀਤਾ, ਮੋਹ ਮਲ ਵਿਵਸ ਕੀਓ ਕਾਮ ਗਹਿ ਕੇਸ ਪਛਾੜਿਓ। ਸਭ ਤੋਂ ਪਹਿਲਾਂ ਮੋਹ ਮਲ ਵਿਵਸ ਕੀਓ, ਮੋਹ ਨੂੰ ਮਲ ਕੇ ਤੇ ਵਿਵਸ ਕਰ ਦਿੱਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਨੇ। ਕਿਹੜੇ ਮੋਹ ਨੂੰ? ਜਿਹੜਾ ਸਰੀਰ ਦਾ ਮੋਹ, ਸਰੀਰਕ ਵਡਿਆਈਆਂ ਸਨ ਜਿਹੜੀਆਂ, ਤੇ ਸਰੀਰਕ ਮੋਹ ਦੇ ਨਾਲ ਹੀ ਨਾਲ, ਜਿਵੇਂ ਅਸੀਂ ਵਿਸਥਾਰ ਨਾਲ ਗੱਲ ਨੂੰ ਵਿਚਾਰ ਚੁੱਕੇ ਹਾਂ ਕਿ ਸਾਰੇ ਸੰਸਾਰ ਦਾ ਸੰਬੰਧ ਹੈ, ਉਸ ਮੋਹ ਨੂੰ ਮਲ ਕੇ ਵਿਵਸ ਕਰ ਦਿੱਤਾ। ਜਿਸ ਵੇਲੇ ਵਿਵਸ ਕਰ ਦਿੱਤਾ ਤੇ ਫਿਰ ਸਤਿਗੁਰੂ ਮਹਾਰਾਜ ਦਾ ਆਖਿਆ ਹੋਇਆ ਬਚਨ ਸਾਨੂੰ ਸਮਝ ਵਿੱਚ ਆਉਂਦਾ ਹੈ, ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਮੇਰਾ ਮਿੱਤਰ ਮੇਰਾ ਬੇਲੀ ਕੇਵਲ ਕਰਤਾਰ ਹੈ, ਉਸ ਤੋਂ ਬਿਨਾਂ ਚੇਤਾ ਰੱਖਿਓ ਜੇ ਪੁੱਤ ਕਲੱਤ ਮੋਹ ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ। ਉਸ ਪਰਮੇਸ਼ਰ ਤੋਂ ਬਿਨਾਂ, ਉਸ ਕਰਤਾਰ ਤੋਂ ਬਿਨਾਂ ਬਾਕੀਆਂ ਦੇ ਨਾਲ ਜਿਹੜਾ ਮੋਹ ਲਗਾਇਆ ਜਾਂਦਾ ਹੈ, ਅਟੈਚਮੈਂਟ ਸਾਡੀ ਹੁੰਦੀ ਹੈ, ਝੁਕਾਅ ਸਾਡਾ ਹੁੰਦਾ ਹੈ। ਹੁਣ ਸੌਖਾ ਜਿਹਾ ਲਫ਼ਜ਼ ਹੈ ਜਿਹੜਾ ਸਾਨੂੰ ਛੇਤੀ ਛੇਤੀ ਸਮਝ ਆ ਜਾਂਦਾ ਹੈ, ਜਿਹਨੂੰ ਅਸੀਂ ਚੰਬੜ ਜਾਂਦੇ ਹਾਂ। ਭਾਵੇਂ ਸਰੀਰ ਦੀ ਚੰਬੇੜ ਹੈ, ਭਾਵੇਂ ਬਾਕੀ ਸੰਸਾਰੀ ਪਦਾਰਥਾਂ ਦੀ ਬਾਤ ਹੈ, ਭਾਵੇਂ ਸੰਬੰਧੀਆਂ ਦੀ ਬਾਤ ਹੈ, ਭਾਵੇਂ ਕਿਸੇ ਹੋਰ ਦੀ ਬਾਤ ਹੈ, ਜਦੋਂ ਅਸੀਂ ਚੰਬੜ ਜਾਂਦੇ ਹਾਂ। ਔਰ ਜਦੋਂ ਅਸੀਂ ਚੰਬੜਦੇ ਹਾਂ, ਜਿੰਨਾ ਜਿੰਨਾ ਅਸੀਂ ਚੰਬੜਦੇ ਹਾਂ, ਫਿਰ ਓਨਾ ਦੁੱਖ ਪਾਉਂਦੇ ਹਾਂ, ਕਿਉਂਕਿ ਇਹ ਹੈ ਸਾਰਾ ਜ਼ਹਿਰ। ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ। ਇਹਨਾਂ ਦੇ ਵਿੱਚੋਂ ਬੇਲੀ ਹੋਣ ਵਾਲਾ ਕੁਛ ਵੀ ਨਹੀਂ ਹੈ। ਮੈਂ ਹੋਰ ਇਤਿਹਾਸਕ ਬਾਤਾਂ ਨਾ ਕਰਾਂ, ਵਿਸਥਾਰ ਦੀ ਬਾਤ ਮੈਂ ਨਾ ਕਰਾਂ। ਸ਼ਬਦ ਦਾ ਆਪਣਾ ਜਿਹੜਾ ਪ੍ਰਸੰਗ ਹੈ ਬਹੁਤ ਫੈਲਾਅ ਵਾਲਾ ਹੈ, ਅਤੇ ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ। ਪਹਿਲੇ ਪਦ ਵਿੱਚ ਕੀ ਬਚਨ ਕਰਦੇ ਨੇ? ਦਿਨ ਸਚੜੈ ਫਿਰ ਆਥਵੈ ਰੈਣ ਸਬਾਈ ਜਾਏ। ਦਿਨ ਚੜ੍ਹਦਾ ਹੈ, ਦਿਨ ਢਲਦਾ ਹੈ, ਦਿਨ ਲਹਿੰਦਾ ਹੈ। ਦਿਨ ਲਹਿੰਦਾ ਹੈ ਤੇ ਰਾਤ ਸ਼ੁਰੂ ਹੁੰਦੀ ਹੈ, ਤੇ ਰਾਤ ਸ਼ੁਰੂ ਹੁੰਦੀ ਹੈ ਤੇ ਹੌਲੀ 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 ਕਰਕੇ ਸਾਰੀ ਰਾਤ ਬੀਤ ਜਾਂਦੀ ਹੈ। ਇਸੇ ਤਰ੍ਹਾਂ ਆਵ ਘਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਏ। ਆਵ ਘਟੈ, ਆਵ ਸ਼ਬਦ ਆਖਿਆ ਗਿਆ ਔਦ। ਔਦ ਮੈਂ ਨਾ ਉਮਰ, ਉਮਰ ਸਾਡੀ ਘਟਦੀ ਹੈ। ਜਿਵੇਂ ਦਿਨ ਚੜ੍ਹਿਆ ਤੇ ਵੇਖਦਿਆਂ 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 ਸੂਰਜ ਦੁਪਹਿਰ ਤੋਂ ਬਾਅਦ ਢਲਿਆ, ਵੇਖਦਿਆਂ ਵੇਖਦਿਆਂ ਸ਼ਾਮ ਪੈ ਗਈ। ਔਰ ਸਾਡੇ ਵੇਖਦਿਆਂ ਵੇਖਦਿਆਂ ਘੜੀਆਂ ਚੈੱਕ ਕਰਦਿਆਂ ਕਰਦਿਆਂ ਹੀ ਜਿਹੜੀ ਸਾਰੀ ਰਾਤ ਵੀ ਬੀਤ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਗੁਰੂ ਨੇ ਬਹੁਤ ਬਚਨ ਕੀਤੇ ਨੇ। ਰਾਮ ਭਜ ਜਨਮ ਸਿਰਾਤ ਹੈ, ਕਹੋਂ ਕਹਾਂ ਬਾਰ ਬਾਰ ਸਮਝਤ ਨ ਕਿਉਂ ਗਵਾਰ, ਬਿਨਸਤ ਨ ਲੱਗਾ ਬਾਰ ਓਰੇ ਸਮਗਾਤ ਹੈ। ਓਰਾ ਜਿਹਨੂੰ ਔਲਾ ਅਸੀਂ ਆਖਦੇ ਹਾਂ। ਹਾਂਜੀ, ਜਦੋਂ ਡਿੱਗਦੇ ਨੇ ਤੇ ਭਾਵੇਂ ਛੋਟੇ ਛੋਟੇ ਡਿੱਗਣ ਤੇ ਭਾਵੇਂ ਵੱਡੇ ਵੱਡੇ ਆਕਾਰ ਦੇ ਡਿੱਗਣ, ਜ਼ਮੀਨ 'ਤੇ ਡਿੱਗਦੇ ਹੋਏ ਹੀ ਹੌਲੀ 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 ਸਾਡੇ ਵੇਖਦਿਆਂ ਵੇਖਦਿਆਂ ਗਲ ਜਾਂਦੇ ਨੇ ਨਾ। ਇਸੇ ਤਰ੍ਹਾਂ ਸਾਡੇ ਸਰੀਰ ਦੀ ਬਾਤ ਹੈ। ਖੇਨ ਖੇਨ ਪਲ ਪਲ ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ। ਲਾਅ ਆਫ ਨੇਚਰ ਹੈ। ਹੁਣ ਦਿਨ ਬੜਾ ਸੋਹਣਾ ਚਮਕ ਰਿਹਾ ਹੈ, ਕੋਈ ਮਨੁੱਖ ਇਹ ਯਤਨ ਕਰੇ ਵੀ ਮੈਂ ਇਸ ਦੀ ਚਮਕ ਨੂੰ ਮੈਂ ਕੰਟਰੋਲ ਕਰ ਲਵਾਂ, ਮੈਂ ਸੂਰਜ ਨੂੰ ਕੰਟਰੋਲ ਕਰ ਲਵਾਂ, ਇਹ ਇਵੇਂ ਹੀ ਪ੍ਰਕਾਸ਼ ਬਣਿਆ ਰਹੇ। ਇਹ ਸੰਭਵ ਹੈ ਕਿਤੇ? ਜਾਂ ਕਿਸੇ ਨੂੰ ਪਰੇਸ਼ਾਨੀ ਹੋ ਰਹੀ ਹੋਵੇ,
ਉਹ ਘੜੀਆਂ ਗਿਣਦਾ ਪਿਆ ਹੋਵੇ ਵੀ ਕਦੋਂ ਦਿਨ ਢਲੇਗਾ ਤੇ ਮੈਨੂੰ ਫਲਾਣੀ ਚੀਜ਼ ਪ੍ਰਾਪਤ ਹੋਵੇ, ਕਦੋਂ ਰਾਤ ਪਵੇਗੀ ਤੇ ਮੈਨੂੰ ਫਲਾਣੀ ਚੀਜ਼ ਪ੍ਰਾਪਤ ਹੋਵੇ। ਦਿਨ ਨੇ ਤਾਂ ਢਲਣਾ ਹੀ ਢਲਣਾ ਹੈ, ਰਾਤ ਆਉਣੀ ਹੀ ਆਉਣੀ ਹੈ। ਇੱਕ ਅਗਲਾ ਬਚਨ ਕੀਤਾ ਪਾਤਸ਼ਾਹ ਨੇ, ਆਬ ਘਟੈ ਨਰ ਨਾ ਬੁੱਝੈ। ਉਮਰ ਘਟਦੀ ਜਾਂਦੀ ਲਗਾਤਾਰ ਕੰਟੀਨਿਊਸਲੀ, ਬੰਦਾ ਇਸ ਪਾਸੇ ਧਿਆਨ ਨਹੀਂ ਦਿੰਦਾ, ਸਮਝਦਾ ਨਹੀਂ ਹੈ। ਨਤੀਜਾ ਕੀ ਨਿਕਲਦਾ ਹੈ? ਇੱਕਦਮ ਉਹ ਸਮਾਂ ਆ ਜਾਂਦਾ ਹੈ ਜਦੋਂ ਨਾ ਸੋਚ ਹੀ ਖਿਲਰਦੀ ਹੈ ਕਿ ਫਲਾਣਾ ਚਲਾ ਗਿਆ ਹੈ, ਤੇ ਸਾਰੇ ਫਿਰ ਗੱਲਾਂ ਕਰਨ ਲੱਗ ਪੈਂਦੇ ਨੇ, ਮੈਂ ਤਾਂ ਸਵੇਰੇ ਵੇਖਿਆ, ਮੈਂ ਤਾਂ ਦੁਪਹਿਰੇ ਵੇਖਿਆ, ਦੁਪਹਿਰ ਮਿਲਿਆ ਸੀ, ਮੈਨੂੰ ਤਾਂ ਝੱਟ ਹੋਇਆ, ਹੁਣੇ ਮੇਰੇ ਨਾਲ ਗੱਲਾਂ ਕਰਦਾ ਪਿਆ ਸੀ, ਇਹ ਕੀ ਹੋ ਗਿਆ? ਪਾਤਸ਼ਾਹ ਜੀ ਕਹਿੰਦੇ ਨੇ ਇਹ ਉਹ ਕੁਝ ਹੋਇਆ ਜਿਵੇਂ ਨਾ ਕਿਤੇ ਰਾਤ ਬਰਾਤੇ ਜਦੋਂ ਲੱਜ ਦੇ ਨਾਲ ਪਾਣੀ ਕੱਢਿਆ ਜਾਂਦਾ ਸੀ ਨਾ ਖੂਹੀਆਂ ਦੇ ਵਿੱਚੋਂ, ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਰੱਸੀ ਦੇ ਨਾਲ ਪਾਣੀ ਕੱਢਿਆ ਜਾਂਦਾ ਸੀ, ਰੱਸੀ ਦੇ ਅਗਲੇ ਪਾਸੇ ਭਾਂਡਾ ਬੱਧਾ ਹੁੰਦਾ ਸੀ, ਤੇ ਰਾਤ ਨੂੰ ਕਿਤੇ ਚੂਹਾ ਆ ਕੇ ਨਾ ਰੱਸੀ ਕੁਤਰਨ ਲੱਗ ਪੈਂਦਾ ਸੀ। ਜਦੋਂ ਜੀ ਸਾਰੇ ਸੌਂ ਗਏ ਹੋਣ, ਹਾਂਜੀ, ਰਾਤ ਪੈਂਦੀ ਤੇ ਚੂਹੇ ਜਿਹੜੇ ਨੇ ਅਜਿਹਾ ਕੰਮ ਕਰਦੇ ਨੇ। ਉਹ ਕਿਤੇ ਨਾ ਰੱਸੀ ਕੁਤਰਦਾ ਰਿਹਾ, ਬਹੁਤੀ ਕੁਤਰੀ ਗਈ, ਇਹ ਪ੍ਰਭਾਤੇ ਉੱਠਿਆ ਜਾਗਿਆ ਤੇ ਰੂਟੀਨ ਦੇ ਅਨੁਸਾਰ ਇਹਨੇ ਡੋਲ ਜਿਹੜਾ ਸੀ ਨਾ ਸੁੱਟਿਆ ਖੂਹੀ ਦੇ ਵਿੱਚ, ਤੇ ਜਿਸ ਵੇਲੇ ਪਾਣੀ ਨਾਲ ਡੋਲ ਭਰਿਆ ਤੇ ਖਿੱਚਣ ਲੱਗਾ ਉੱਪਰ, ਕੜਕ, ਰੱਸੀ ਟੁੱਟ ਗਈ, ਕਿਉਂਕਿ ਰੱਸੀ ਤਾਂ ਸਾਰੀ ਪਹਿਲਾਂ ਜਿਹੜੀ ਸੀ ਉਹ ਚੂਹਾ ਕੁਤਰ ਚੁੱਕਾ ਸੀ। ਨਤੀਜਾ ਕੀ ਨਿਕਲਿਆ ਕਿ ਡੋਲ ਵੀ ਵਿਛੇ ਗਿਆ ਤੇ ਰੱਸੀ ਵੀ ਸਾਰੀ ਵਿਛੇ ਗਈ। ਇਸ ਪ੍ਰਕਾਰ ਦੀਆਂ ਨਾ ਉਦਾਹਰਨਾਂ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਹੋਰ ਵੀ ਦਿੱਤੀਆਂ ਨੇ, ਪਰ ਅਸੀਂ ਇਸੇ ਉਦਾਹਰਨ ਨੂੰ ਇੱਕ ਨੂੰ ਲੈ ਕੇ ਚੱਲੀਏ, ਫਿਰ ਉਸ ਤੋਂ ਬਾਅਦ ਦੂਸਰੀ ਉਦਾਹਰਨ ਹੋਰ ਹੈ ਜਿਹੜੀ ਨਾ ਗੱਲ ਸਮਝਾਉਣ ਵਾਸਤੇ ਸਤਿਗੁਰਾਂ ਨੇ ਸਾਡੇ ਸਾਹਮਣੇ ਲਿਆਂਦੀ। ਮਹਿਸੂਸ ਨਹੀਂ ਕਰਦੇ ਅਸੀਂ, ਖੱਬੇ ਸੱਜੇ ਵੇਖਦੇ ਨਹੀਂ, ਬੰਦਿਆਂ ਨੂੰ ਆਪ ਨੂੰ ਵੀ ਪਤਾ ਨਹੀਂ ਲੱਗਦਾ। ਲਾਸਟ ਮੂਮੈਂਟ 'ਤੇ ਅਸੀਂ ਖੜੋਤੇ ਹੋਏ ਹਾਂ, ਬੰਦਿਆਂ ਨੂੰ ਪਤਾ ਨਹੀਂ ਲੱਗਦਾ। ਜੇ ਕਿਤੇ ਪਤਾ ਲੱਗਦਾ ਹੋਵੇ, ਸਾਵਧਾਨੀ ਹੋ ਜਾਵੇ। ਹੁਣ ਸਤਿਗੁਰੂ ਮਹਾਰਾਜ ਅੱਗੇ ਚੱਲ ਕੇ ਫਿਰ ਜ਼ਿਕਰ ਕਰਦੇ ਨੇ, ਕਿਸੇ ਹੋਰ ਨੂੰ ਪਤਾ ਲੱਗੇ ਨਾ ਲੱਗੇ, ਲੇਕਿਨ ਗੁਰੂ ਕਿਆਂ ਨੂੰ ਪਤਾ ਲੱਗ ਜਾਂਦਾ ਹੈ, ਗੁਰੂ ਕਿਆਂ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ। ਸਧਾਰਨ ਬੰਦੇ ਆਪ ਘਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਟੁਕਾਏ। ਮੂਸਾ ਕਹਿੰਦੇ ਨੇ ਚੂਹੇ ਨੂੰ, ਚੂਹਾ ਜਿਹੜਾ ਹੈ ਨਾ, ਚੂਹਾ ਰੂਪੀ ਕਾਲ ਲਗਾਤਾਰ ਸਾਡੀ ਜਿਹੜੀ ਲੱਜ ਹੈ, ਸਵਾਸਾਂ ਦੀ ਲੱਜ ਹੈ, ਰੱਸੀ ਹੈ, ਉਹਨੂੰ ਲਗਾਤਾਰ ਕੁਤਰਦਾ ਚਲਿਆ ਜਾ ਰਿਹਾ, ਕੋਈ ਰੋਕ ਨਹੀਂ ਸਕਦਾ, ਕਿਉਂਕਿ ਐਸਾ ਹੋਣਾ ਹੈ। ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲਗ ਮੱਖੀ ਪਚਾਏ ਪਚਾਏ। ਗੁੜ ਮਿੱਠਾ ਮਾਇਆ ਪਸਰਿਆ, ਵੈਸੇ ਤਾਂ ਇਹ ਸਦੀਵੀ ਵਰਤਾਰਾ ਹੁੰਦਾ ਹੈ। ਗੁੜ ਦੇ ਉੱਤੇ ਆ ਕੇ ਮੱਖੀਆਂ ਬਹਿੰਦੀਆਂ ਨੇ, ਮੱਖੀਆਂ ਖਾਂਦੀਆਂ ਨੇ, ਗੁੜ ਖਿਲਰਿਆ ਰਹਿ ਗਿਆ, ਮੱਖੀਆਂ ਆ ਕੇ ਬਹਿਣ ਲੱਗ ਪਈਆਂ, ਖਾਣ ਲੱਗ ਪਈਆਂ। ਪਰ ਅੱਜ ਕੱਲ੍ਹ ਜਿਹੜੇ ਦਿਨ ਚੱਲਦੇ ਪਏ ਨੇ ਨਾ, ਖਾਸ ਤੌਰ 'ਤੇ ਗੱਲ ਸਾਨੂੰ ਸਮਝਣੀ ਸੌਖੀ ਹੋ ਜਾਏਗੀ। ਵਰਖਾ ਰੁੱਤ ਵਿੱਚ ਨਾ, ਬਾਰਿਸ਼ਾਂ ਦੇ ਦਿਨਾਂ ਦੇ ਵਿੱਚ ਪਾਣੀ ਹਵਾ ਵਿੱਚ ਥੋੜ੍ਹੀ ਜਿਹੀ ਨਮੀ ਹੋਣ ਕਰਕੇ ਨਾ ਗੁੜ ਢਿੱਲਾ ਪੈ ਜਾਂਦਾ ਹੈ। ਗੁੜ ਢਿੱਲਾ ਮੱਖੀ ਉੱਤੇ ਬਹਿ ਜਾਂਦੀ ਹੈ, ਔਰ ਜਿਉਂ-ਜਿਉਂ ਨਾ ਮੱਖੀ ਨੂੰ ਗੁੜ ਮਿੱਠਾ ਲੱਗਦਾ ਹੈ, ਹਾਂਜੀ, ਮੱਖੀ ਜ਼ੋਰ ਦੇ ਨਾਲ ਗੁੜ ਨੂੰ ਖਾਣਾ ਚਾਹੁੰਦੀ ਹੈ, ਬੇਧਿਆਨੀ ਨਾਲ ਜ਼ੋਰ ਲਾ ਲਾ ਕੇ ਗੁੜ ਖਾਂਦੀ ਹੈ, ਅਤੇ ਉਸਦੇ ਜਿਹੜੇ ਪੈਰ ਨੇ, ਲੱਤਾਂ ਨੇ, ਉਹ ਢਿੱਲੇ ਗੁੜ ਦੇ ਵਿੱਚ ਫਸ ਜਾਂਦੀਆਂ ਨੇ। ਹੁਣ ਨਤੀਜਾ ਕੀ ਹੁੰਦਾ ਹੈ? ਜਿਸ ਵੇਲੇ ਗੁੜ ਖਾ ਕੇ ਉੱਡਣਾ ਚਾਹੁੰਦੀ ਹੈ, ਖੰਭ ਆਉਂਦੇ ਹੈਗੇ ਨੇ, ਖੰਭ ਗੁੜ ਦੇ ਨਾਲ ਲਿਬੜੇ ਜਾਂ ਗਿੱਲੇ ਜਾਂ ਭਾਰੇ ਨਹੀਂ ਆਣ, ਲੇਕਿਨ ਖੰਭ ਸਾਥ ਨਹੀਂ ਦਿੰਦੇ, ਕਿਉਂਕਿ ਲੱਤਾਂ ਵਿੱਚ ਫਸ ਚੁੱਕੀਆਂ ਨੇ ਗੁੜ ਦੇ ਵਿੱਚ। ਕੀ ਹੁੰਦਾ ਨਤੀਜਾ? ਤੜਪ ਤੜਪ ਕੇ ਮਰ ਜਾਂਦੀ ਹੈ। ਮੈਂ ਮਹਿਸੂਸ ਕਰਦਾ ਹਾਂ, ਜਿਹੜੇ ਬੰਦੇ ਬੇਧਿਆਨੀ ਵਿੱਚ ਆ ਕੇ, ਮੋਹ ਦੇ ਵਿੱਚ ਆ ਕੇ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਜਿਹੜੇ ਮੋਹ ਦੀ ਪਕੜ ਵਿੱਚ ਆ ਕੇ ਅੰਨੇ ਹੋ ਕੇ ਗੁੜ ਖਾਣੋਂ ਗੁਰੇਜ਼ ਨਹੀਂ ਕਰਦੇ, ਉਹਨਾਂ ਦੀਆਂ ਲੱਤਾਂ ਵਿੱਚ ਫਸ ਜਾਂਦੀਆਂ ਨੇ,
ਲੋਭ ਦੇ ਵਿੱਚ ਫਸੇ ਹੋਏ ਹੁੰਦੇ ਨੇ, ਉਹਨਾਂ ਦੇ ਜਿਹੜੇ ਖੰਭ ਨੇ ਨਾ, ਚੁਸਤੀਆਂ ਵਰਗੇ ਖੰਭ, ਚਲਾਕੀਆਂ ਵਰਗੇ ਖੰਭ, ਫਿਰ ਬਾਹਰ ਨਹੀਂ ਕੱਢ ਸਕਦੇ। ਸਿਆਣੇ ਸਿਆਣੇ ਪ੍ਰਤਿਸ਼ਠ ਸੱਜਣ, ਜਿਹਨੂੰ ਕਹਿੰਦੇ ਨੇ ਬੜੇ ਨਾਮਣੇ ਵਾਲੇ, ਜਿਨ੍ਹਾਂ ਨੂੰ ਬੜਾ ਸਮਝਿਆ ਜਾਂਦਾ, ਬੜਾ ਮੰਨਿਆ ਜਾਂਦਾ ਹੈ, ਵਡਿਆਈਆਂ ਦੇ ਪਾਤਰ ਜਿਹੜੇ ਸਮਝੇ ਗਏ, ਵੇਖੇ ਗਏ। ਸਾਰੇ ਜਹਾਨ ਨੇ ਵੇਖਿਆ ਵੀ ਇਹ ਹੁਣ ਵੇਖੋ ਕਿਵੇਂ ਫਸੇ ਹੋਏ ਨਾ, ਤੜਪ ਤੜਪ ਕੇ ਮਰਦੇ ਨੇ। ਸਾਰਾ ਜਹਾਨ ਫਿਰ ਵੇਖਦਾ ਹੈ। ਸਤਿਗੁਰਾਂ ਨੇ ਸਮਝਾਇਆ ਮਹਾਰਾਜ ਨੇ, ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਮੇਰਾ ਮਿੱਤਰ ਸਖਾ ਕੇਵਲ ਪ੍ਰਭੂ ਹੈ, ਮੇਰਾ ਬੇਲੀ ਪ੍ਰਭੂ ਹੈ। ਪੁੱਤ ਕਲਤ ਮੋਹ ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ। ਪੁੱਤ ਕਲਤ ਮੋਹ ਬਿਖ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਮੈਂ ਫਿਰ ਦੁਬਾਰਾ ਬੇਨਤੀ ਕਰਦਾ, ਪੁੱਤਰਾਂ ਨੂੰ ਛੱਡ ਕੇ ਨਹੀਂ ਤੁਰ ਪੈਣਾ, ਮਾਪਿਆਂ ਨੂੰ ਛੱਡਣਾ ਨਹੀਂ ਹੈ, ਕਿਸੇ ਹੋਰ ਨੂੰ ਛੱਡਣਾ ਨਹੀਂ ਹੈ। ਗੁਰੂ ਸਾਹਿਬ ਨੇ ਵੀ ਕਿਸੇ ਨੂੰ ਛੱਡਿਆ ਨਹੀਂ ਸੀ, ਛੱਡਿਆ ਨਹੀਂ ਸੀ। ਛੱਡਿਆ ਸੀ ਤੇ ਮੋਹ ਛੱਡਿਆ ਸੀ। ਉਹ ਜਿਹੜਾ ਨਾ ਚੰਬੜਨ ਵਾਲੀ ਬਿਰਤੀ, ਅਟੈਚ ਹੋ ਜਾਣ ਵਾਲੀ ਬਿਰਤੀ, ਅਸੀਂ ਕਹਿੰਦੇ ਤਾਂ ਇਵੇਂ ਹੁੰਦੇ ਹਾਂ ਬਹੁਤਾ, ਬਈ ਦਾਲ ਰੋਟੀ ਦੇ ਵਾਸਤੇ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ, ਬੱਚਿਆਂ ਦੇ ਵਾਸਤੇ ਸਾਰਾ ਕੁਝ ਕਰ ਰਹੇ ਹਾਂ। ਜਦ ਕਿ ਬੰਦਿਆਂ ਨੂੰ ਪਤਾ ਹੁੰਦਾ ਹੈ ਕਿ ਬੱਚਿਆਂ ਦੇ ਵਾਸਤੇ ਤਾਂ ਦਾਲ ਰੋਟੀਆਂ ਵਾਧੂ ਹੋਈਆਂ ਪਈਆਂ ਨੇ, ਪਤਾ ਹੁੰਦਾ ਹੈ। ਮਾਪਿਆਂ ਦੇ ਵਾਸਤੇ ਫਿਕਰ ਕਰਨ ਵਾਲੀ ਬਹੁਤ ਵੱਡੀ ਗੱਲ ਨਹੀਂ ਹੈ। ਜਦੋਂ ਕਿ ਸਤਿਗੁਰੂ ਮਹਾਰਾਜ ਸਾਨੂੰ ਰੋਜ਼ ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਸਾਨੂੰ ਸਮਝਾਉਂਦੇ ਨੇ, ਜਨਨ ਪਿਤਾ, ਬੋਲੋ ਸਾਰੇ, ਜਨਨ ਪਿਤਾ ਲੋਕ ਸੁੱਤ ਬਣਿਤਾ, ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ, ਠਾਕੁਰ ਕਾਹੇ ਮਨ ਭਉ ਕਰਿਆ। ਔਰ ਪਤਾ ਵੀ ਹੁੰਦਾ ਹੈ, ਲੇਕਿਨ ਬੰਦੇ ਦਾ ਸੁਭਾਅ ਇੰਨਾ ਲਾਲਚੀ। ਇੱਕ ਬਚਨ ਹੋਰ ਮੇਰੀ ਯਾਦ ਆਇਆ, ਸਤਿਗੁਰੂ ਮਹਾਰਾਜ ਸੰਸਕ੍ਰਿਤੀ ਵਿੱਚ ਆਖਦੇ ਨੇ, ਹੇ ਲੋਭਾ ਲੰਪਟ ਸੰਗ ਸਿਰ ਮੋਰਾ, ਅਨਕ ਲਹਿਰੀ ਕਲੋਲ ਤੇ। ਤਵੰਤ ਜੀਆ ਬਹੁ ਪ੍ਰਕਾਰੰ, ਅਨਕ ਭਾਂਤ ਬਹੁ ਡੋਲ ਤੇ। ਨਚ ਇਸ਼ਟੰ ਨਚ ਮਿੱਤਰੰ, ਨਚ ਬਾਂਧ ਪਿਤਾ ਤਬ ਲੱਜਿਆ। ਅਕਰਣੰ ਕਰੋਤ ਅਖਾਦ ਖਾਦ, ਅਸਾਧਯੰ ਸਾਜ ਸਮਝਿਆ। ਕੋਈ ਸ਼ਰਮ ਹੀ ਨਹੀਂ ਰਹਿ ਜਾਂਦੀ। ਕਾਹਦੀ ਸ਼ਰਮ ਨਹੀਂ ਰਹਿ ਜਾਂਦੀ? ਕੋਈ ਲੱਜਾ ਨਹੀਂ ਰਹਿ ਜਾਂਦੀ। ਨਾ ਮਾਂ ਬਾਪ ਦੀ ਲੱਜਾ, ਨਾ ਲੋਕਾਂ ਦੀ ਲੱਜਾ, ਨਾ ਗੁਰੂ ਦੀ ਲੱਜਾ। ਹੱਦ ਹੋ ਗਈ। ਜਿਸ ਗੁਰੂ ਦੇ ਚਰਨਾਂ ਵਿੱਚ ਬੈਠੇ ਹਾਂ, ਜਿਸ ਗੁਰੂ ਦੇ ਪਾਸੋਂ ਅਸੀਂ ਬਚਨ ਸੁਣਦੇ ਹਾਂ, ਇਹ ਗੱਲ ਜ਼ਿਹਨ 'ਚੋਂ ਨਿਕਲ ਜਾਂਦੀ, ਲਾਲਚ ਦੇ ਮਾਰਿਆ ਹੋਇਆ ਵੀ ਉਹ ਗੁਰੂ ਇਹ ਵੀ ਵੇਖਦਾ, ਇਹ ਗੁਰੂ ਸਾਹਿਬ ਇਹ ਵੀ ਜਾਣਦੇ ਵੀ ਹੈਗੇ ਨੇ। ਅਨਕ ਲਹਿਰੀ ਕਲੋਲ ਤੇ ਤਵੰਤ ਜੀਆ, ਅਵੰਤ ਜੀਆ, ਤਵੰਤ ਜੀਆ ਬਹੁ ਪ੍ਰਕਾਰ, ਅਨਕ ਭਾਂਤ ਬਹੁ ਡੋਲ ਤੇ। ਨਾ ਮਿੱਤਰਾਂ ਦੀ ਸ਼ਰਮ, ਹਾਂਜੀ, ਨਾ ਗੁਰੂ ਦੀ ਸ਼ਰਮ, ਸਿੱਖਿਆ ਦਾਤੇ ਦੀ ਸ਼ਰਮ, ਨਾ ਕਿਸੇ ਹੋਰ ਦੀ ਸ਼ਰਮ ਰਹਿ ਜਾਂਦੀ ਹੈ। ਸਤਿਗੁਰੂ ਇੱਥੋਂ ਫਿਰ ਚੇਤਨ ਕਰਦੇ ਨੇ, ਸਾਵਧਾਨ ਕਰਦੇ ਨੇ। ਗੁਰਮਤਿ ਹਾਰ ਲੇਵੀ ਉਬਰੇ, ਅਲਿਪਤ ਰਹੇ ਸ਼ਰਨ ਆਏ। ਮਨਮੁਖ ਦੀ ਗੱਲ ਕਰਕੇ ਨਾ ਜਿਹੜੇ ਬੰਦੇ ਫਿਰ ਆਪ ਹੁਦਰੇ ਚੱਲਦੇ ਨੇ, ਉਹਨਾਂ ਦੀ ਗੱਲ ਕਰ ਲਈ। ਹੁਣ ਗੁਰਮੁਖਾਂ ਦੀ ਗੱਲ ਕਰਦੇ ਨੇ। ਗੁਰਮੁਖ ਇਹਨੂੰ ਆਖਿਆ, ਗੁਰਮਤਿ ਹਰ ਲਿਵ ਉਬਰੇ, ਜਿਨ੍ਹਾਂ ਨੇ ਆਪਣੀ ਮੱਤ ਨੂੰ ਗੁਰੂ ਸਾਹਿਬ ਦੀ ਸਿੱਖਿਆ ਦੇ ਅਨੁਸਾਰ ਤੋਰਿਆ ਹੈ। ਮਨਮੁਖ ਤੇ ਗੁਰਮੁਖ ਦੇ ਵਿੱਚ ਉਹ ਬਹੁਤ ਫਰਕ ਨਹੀਂ ਹੈ। ਇਹ ਦੋਵੇਂ ਟਰਮ ਜਿਹੜੀਆਂ ਨੇ ਸਿੱਖੀ ਦੀਆਂ ਟਰਮ ਨੇ। ਮਨਮੁਖ ਉਹ ਹੈ ਜਿਹੜਾ ਗੁਰੂ ਕੀ ਗੱਲ ਸੁਣ ਕੇ, ਮੱਤ ਨੂੰ ਸੁਣ ਕੇ ਆਪ ਹੁਦਰਾ ਹੋ ਕੇ ਚੱਲਦਾ ਹੈ। ਮਨਮਤੀਆਂ ਤੇ ਮਨਮੁਖ। ਜਿਹੜਾ ਸਤਿਗੁਰਾਂ ਦੀ ਸਿੱਖਿਆ ਲੈ ਕੇ ਤੇ ਸਤਿਗੁਰਾਂ ਦੀ ਸਿੱਖਿਆ ਦੇ ਅਨੁਸਾਰ ਚੱਲਦਾ ਹੈ, ਗੁਰਮਤਿ ਅਨੁਸਾਰ ਚੱਲਦਾ ਹੈ, ਉਹ ਗੁਰਮੁਖ ਹੈ। ਜਿਸ ਮਨਮੁਖ ਨੇ ਨਾ ਇਵੇਂ ਚੱਲਿਆ, ਆਪਣੀ ਮਨਮਤ ਦਾ ਅਨੁਸਾਰੀ ਬਣ ਕੇ ਚੱਲਿਆ, ਹਾਂਜੀ, ਉਹ ਤਾਂ ਫਿਰ ਪਰੇਸ਼ਾਨ ਹੋਇਆ ਨਾ, ਜ਼ਹਿਰ ਖਾ ਖਾ ਕੇ। ਲੇਕਿਨ ਜਿਹੜੇ ਗੁਰੂ ਕੇ ਸਿੱਖ ਨੇ,
ਗੁਰਮਤਿ ਹਰ ਲਿਵ ਉਬਰੇ, ਅਲਿਪਤ ਰਹੇ ਸ਼ਰਨ ਆਏ। ਉਹ ਸੰਸਾਰ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਸਭ ਕੁਝ ਕਰਦਿਆਂ ਹੋਇਆਂ ਅਲਿਪਤ ਰਹਿੰਦੇ ਨੇ। ਅਲਿਪਤ ਐਸਾ ਨਹੀਂ ਕਿ ਉਹਨਾਂ ਨੂੰ ਪਦਵੀਆਂ ਨਹੀਂ ਚਾਹੀਦੀਆਂ ਹੁੰਦੀਆਂ, ਉਹਨਾਂ ਨੂੰ ਕੁਝ ਮਾਨ ਸਨਮਾਨ ਨਹੀਂ ਚਾਹੀਦਾ ਹੁੰਦਾ, ਉਹਨਾਂ ਨੂੰ ਧਨ ਪਦਾਰਥ ਨਹੀਂ ਚਾਹੀਦਾ ਹੁੰਦਾ। ਸਭ ਕੁਝ ਚਾਹੀਦਾ ਹੈ। ਧਨ ਪਦਾਰਥ ਦੇ ਭੰਡਾਰ ਆਲੇ ਦੁਆਲੇ ਪਏ ਹੋਏ ਹੁੰਦੇ ਨੇ, ਲੇਕਿਨ ਵੇਖਿਆ ਜਾਂਦਾ ਹੈ ਨਿਰਲੇਪ ਨੇ, ਕੋਈ ਅਸਰ ਨਹੀਂ ਉਹਨਾਂ 'ਤੇ। ਧਾਰਮਿਕ ਮੰਡਲ ਦੇ ਵਿੱਚ ਅਸੀਂ ਜਿਸ ਵੇਲੇ ਅਜਿਹੀ ਗੱਲ ਦੇਖਦੇ ਹਾਂ ਤੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸੇਧ ਬਖਸ਼ੀ ਹੋਈ ਕਿਤਨੀ ਉੱਤਮ ਸੇਧ ਹੈ। ਜਿਸ ਵੇਲੇ ਪਹਿਲੀ ਪ੍ਰਚਾਰ ਉਦਾਸੀ 'ਤੇ ਤੁਰਦੇ ਨੇ, ਫਸਟ ਟਾਈਮ ਸੁਲਤਾਨਪੁਰ ਤੋਂ ਨਿਕਲਦੇ ਨੇ, ਅਜੇ ਨਨਕਾਣਾ ਸਾਹਿਬ ਤਲਵੰਡੀ ਨਹੀਂ ਪਹੁੰਚੇ ਹੁੰਦੇ, ਅਤੇ ਸੁਲਤਾਨਪੁਰੋਂ ਨਿਕਲ ਕੇ ਬਿਆਸ ਪਾਰ ਕਰਦੇ ਨੇ। ਅਤੇ ਇਹਨਾਂ ਲੋਕਾਂ ਦੇ ਨਾਲ ਵਾਕਫੀਅਤ ਸੁਲਤਾਨਪੁਰ ਰਹਿੰਦਿਆਂ ਹੋਇਆਂ ਬਣੀ ਹੋਈ ਸੀ, ਔਰ ਲੋਕ ਸਨਮਾਨ ਸਤਿਕਾਰ ਵੀ ਕਰ ਰਹੇ ਸਨ। ਜਿਸ ਵੇਲੇ ਉਹਨਾਂ ਨਗਰਾਂ ਵਿੱਚ ਪਹੁੰਚੇ ਅਤੇ ਰਬਾਬ ਦੇ ਉੱਪਰ ਸਤਿਗੁਰਾਂ ਨੇ ਸ਼ਬਦ ਗਾਇਆ ਅਤੇ ਮਹਾਰਾਜ ਨੇ ਬਚਨ ਕੀਤੇ, ਲੋਕਾਂ ਨੇ, ਹੁਣ ਅਸੀਂ ਸ਼ਬਦ ਵਰਤਾਂਗੇ ਸੰਗਤਾਂ ਨੇ, ਪਰ ਉਸ ਵੇਲੇ ਸੰਗਤਾਂ ਤਾਂ ਅਜੇ ਬਣੀਆਂ ਨਹੀਂ ਸਨ ਨਾ। ਉਹਨਾਂ ਨੇ ਆਪਣੀ ਆਪਣੀ ਸ਼ਰਧਾ ਭੇਟ ਕੀਤੀ। ਸ਼ਰਧਾ ਭੇਟ ਕੀਤੀ ਨਾ, ਕਿਸੇ ਨੇ ਕੋਈ ਕੱਪੜਾ ਲਿਆ ਰੱਖਿਆ, ਕਿਸੇ ਨੇ ਕੁਝ ਅਨਾਜ ਲਿਆ ਰੱਖਿਆ, ਕਿਸੇ ਨੇ ਕੁਝ ਹੋਰ ਲਿਆ ਰੱਖਿਆ। ਜਿਸ ਵੇਲੇ ਸਤਿਗੁਰੂ ਤੁਰਨ ਲੱਗੇ ਤੇ ਮਰਦਾਨਾ ਜੀ ਹੋਰਾਂ ਨੇ ਸਾਰੀ ਪੰਡ ਜਿਹੜੀ ਸੀ ਨਾ ਉਹ ਬੰਨ੍ਹ ਕੇ ਤੇ ਇਸ ਤਰ੍ਹਾਂ ਮੋਢੇ 'ਤੇ ਪਾਈ ਅਤੇ ਪਿੱਛੇ ਪਿੱਛੇ ਤੁਰ ਪਏ, ਨਾਲੇ ਰਬਾਬ ਚੁੱਕ ਲਈ, ਨਾਲੇ ਉਹ ਚੁੱਕ ਲਿਆ। ਸਤਿਗੁਰਾਂ ਨੇ ਪਿੱਛੇ ਪਰਤ ਕੇ ਵੇਖਿਆ ਅਤੇ ਕਹਿਣ ਲੱਗੇ, ਮਰਦਾਨਾ ਜੀ ਇਹ ਕੀ ਚੁੱਕਿਆ ਹੋਇਆ ਤੁਸਾਂ ਨੇ? ਕਹਿੰਦਾ, ਸਤਿਗੁਰੂ ਜਿਹੜਾ ਕੁਝ ਭੇਟ ਕਰ ਗਏ। ਹਜ਼ੂਰ ਕਹਿਣ ਲੱਗੇ, ਆਪਣਾ ਇਹਨਾਂ ਨਾਲ ਕੀ ਵਾਸਤਾ ਹੈ, ਕੀ ਲੋੜ ਹੈ ਆਪਾਂ ਨੂੰ? ਕਹਿੰਦਾ, ਜੀ ਫਿਰ ਮੈਂ ਕੀ ਕਰਾਂ? ਸਤਿਗੁਰੂ ਕਹਿਣ ਲੱਗੇ, ਸੁੱਟ ਕੱਤ। ਜਨਮ ਸਾਖੀਆਂ ਦੇ ਸ਼ਬਦ ਨੇ, ਸੁੱਟ ਕੱਤ, ਸੁੱਟ ਦੇ। ਹੁਣ ਅਸੀਂ ਅਜੋਕੀ ਸ਼ਬਦਾਵਲੀ ਵਿੱਚ ਆਖਾਂਗੇ, ਵੰਡ ਦੇ, ਵਰਤਾ ਦੇ, ਗਰੀਬਾਂ ਨੂੰ ਦੇ ਦੇ, ਲੋੜਵੰਦਾਂ ਨੂੰ ਦੇ ਦੇ। ਠੀਕ ਹੈ ਸਾਡੀ ਸ਼ਬਦਾਵਲੀ ਅੱਜ ਦੀ, ਸੁੱਟ ਕੱਤ, ਸੁੱਟ ਕੁੱਤਿਆ ਕੱਟਿਆ ਅਤੇ ਤੁਰ ਪਏ। ਸੰਗਤ ਜੀ, ਜੇ ਇਹ ਨਿਰਲੇਪਤਾ ਨਾ ਹੋਵੇ, ਜੇ ਇਹ ਨਿਰਲੇਪਤਾ ਨਾ ਹੁੰਦੀ ਤੇ ਤੁਸੀਂ ਸਮਝ ਸਕਦੇ ਸੋ ਕਿ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸਾਰੇ ਜਗਤ ਵਿੱਚ ਨੌਖੰਡ ਪ੍ਰਿਥਵੀ ਸੱਚਾ ਢੋਆ, ਔਰ ਜੇਤੀ ਨੌਖੰਡ ਪ੍ਰਿਥਵੀ, ਐਸੀ ਗੱਲ ਬਣ ਸਕਦੀ ਸੀ। ਔਰ ਇਹ ਵੀ ਗੱਲ ਬਣ ਸਕਦੀ ਸੀ ਕਿ ਫਿਰ ਕੱਪੜਿਆਂ ਦੀਆਂ ਪੰਡਾਂ ਚੁੱਕ ਚੁੱਕ ਕੇ ਤੁਰਨ ਵਾਲਾ ਮਰਦਾਨਾ ਸਤਿਗੁਰਾਂ ਨਾਲ ਆਪਣੇ ਜੀਵਨ ਦਾ ਸਭ ਤੋਂ ਲੰਮਾ ਸਾਥ ਵੀ ਨਿਭਾ ਸਕਦਾ ਸੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭਾਈ ਵੀ ਬਣ ਸਕਦਾ ਸੀ, ਭਰਾ ਵੀ ਬਣ ਸਕਦਾ ਸੀ। ਇਹ ਸੰਭਵ ਸੀ। ਦੂਜਾ ਪੱਖ ਨਾ ਭੁਲਾਉਣਾ ਕਦੀ। ਐਸਾ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਿਤਾ ਜੀ ਮਰਦਾਨਾ ਜੀ ਦਾ ਧਿਆਨ ਨਹੀਂ ਰੱਖਦੇ ਸਨ। ਪਹਿਲਾਂ ਨਹੀਂ ਧਿਆਨ ਰੱਖਿਆ ਸੀ, ਉਸ ਵੇਲੇ ਨਹੀਂ ਧਿਆਨ ਰੱਖਿਆ ਸੀ, ਬਾਅਦ ਵਿੱਚ ਧਿਆਨ ਨਹੀਂ ਰੱਖਿਆ ਸੀ। ਜੇ ਕਿਤੇ ਧਿਆਨ ਨਾ ਰੱਖਦੇ ਹੁੰਦੇ ਨਾ ਤੇ ਮਰਦਾਨਾ ਜੀ ਜਿਸ ਵੇਲੇ ਅੰਤ ਸਮਾਂ ਜਾਣ ਲੱਗਦੇ ਨੇ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਕੁਝ ਇੱਛਾ ਹੈ ਤੇ ਭਾਈ ਜੀ ਮੰਗ ਲਓ। ਤੇ ਮਰਦਾਨਾ ਜੀ ਕਹਿੰਦੇ ਨੇ, ਪਾਤਸ਼ਾਹ ਮੈਂ ਬਸ ਇਹੀ ਮੰਗ ਕਰਦਾ ਤੁਹਾਡੇ ਪਾਸ, ਜਿਵੇਂ ਤੁਸਾਂ ਨੇ ਮੇਰੀ ਬਾਂਹ ਫੜ ਕੇ ਮੈਨੂੰ ਆਪਣੇ ਨਾਲ ਤੋਰ ਲਿਆ ਨਾ ਰੱਬੀ ਸਿਫਤ ਸਲਾਹ ਦੇ ਵਾਸਤੇ, ਮੇਰੇ ਪੁੱਤਰ ਦੀ ਵੀ ਬਾਂਹ ਐਵੇਂ ਫੜ ਲਿਆ ਜੇ। ਇਹ ਮੇਰਾ ਸ਼ਹਿਜ਼ਾਦਾ ਵੀ ਤੁਹਾਡਾ ਸ਼ਹਿਜ਼ਾਦਾ ਹੈ। ਜਿਵੇਂ ਮੈਂ ਤੁਹਾਡੇ ਦਰ 'ਤੇ ਰਹਿ ਕੇ ਕੀਰਤਨ ਕਰਦਾ ਰਿਹਾ ਨਾ, ਤੁਸੀਂ ਕਿਰਪਾ ਕਰਿਆ ਜੇ ਇਹਦੀ ਬਾਂਹ ਵੀ ਫੜ ਲਓ, ਇਹ ਵੀ ਤੁਹਾਡੇ ਦਰ 'ਤੇ ਬੈਠ ਕੇ ਕੀਰਤਨ ਕਰਦਾ ਰਹੇ। ਸਤਿਗੁਰਾਂ ਨੇ ਕੀਤਾ, ਬਾਅਦ ਵਿੱਚ ਇਵੇਂ ਹੀ ਕੀਤਾ। ਪਰ ਜੇ ਕਿਤੇ ਇਹ ਅੰਦਰ ਨਿਰਲੇਪਤਾ ਨਾ ਆਈ ਹੁੰਦੀ ਮਰਦਾਨਾ ਜੀ ਦੇ ਅੰਦਰ, ਤੁਰਿਆ ਜਾ ਸਕਦਾ ਸੀ, ਕੀਤਾ ਜਾ ਸਕਦਾ ਸੀ। ਔਰ ਕੋਈ ਇਤਿਹਾਸ ਵਿੱਚ ਨਹੀਂ ਲਿਖੇਗਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਤੁਰ ਕੇ ਤੇ ਮਰਦਾਨੇ ਦਾ ਪਰਿਵਾਰ ਟੱਬਰ ਭੁੱਖਾ ਮਰਦਾ ਰਿਹਾ। ਤੁਸੀਂ ਸੁਣਿਆ ਕਦੀ? ਸਤਿਗੁਰੂ ਧਿਆਨ ਨਹੀਂ ਰੱਖਦੇ ਸਨ, ਸਭ ਕੁਝ ਹੈਗਾ ਸੀ।
ਔਰ ਨਾ ਇਹਨਾਂ ਸਾਖੀਆਂ ਤੋਂ ਹੀ ਅਸੀਂ ਸਾਰੇ ਆਪਣੇ ਲਈ ਵੀ ਸੇਧ ਲੈ ਸਕਦੇ ਹਾਂ। ਜੇ ਮਰਦਾਨਾ ਜੀ ਹੋਣੀ ਰੱਜ ਕੇ ਪ੍ਰਸ਼ਾਦਾ ਛਕ ਸਕਦੇ ਨੇ ਤੇ ਅਸੀਂ ਜਿਹੜੇ ਹਾਂ ਸਾਰੇ ਅਸੀਂ ਪ੍ਰਸ਼ਾਦੇ ਨਹੀਂ ਛਕ ਸਕਦੇ। ਕਿਸ ਗੱਲ ਦੀ ਕਮੀ ਰਹਿ ਜਾਏਗੀ ਸਾਡੇ ਅੰਦਰ? ਅਸੀਂ ਦਸਾਂ ਨੌਵਾਂ ਦੀ ਕਿਰਤ ਕਰਨ ਵਾਲੇ ਅਸੀਂ ਕਿਉਂ ਡੋਲੀਏ? ਸਤਿਗੁਰੂ ਮਹਾਰਾਜ ਸਾਡੇ ਪਰਦੇ ਨਹੀਂ ਢੱਕਦੇ। ਸਤਿਗੁਰੂ ਮਹਾਰਾਜ ਸਾਨੂੰ ਇੱਜ਼ਤ ਮਾਣ ਨਹੀਂ ਬਖਸ਼ਦੇ, ਨਹੀਂ ਬਖਸ਼ਣਗੇ। ਇਹ ਸਾਡੇ ਅਸਥਾਨਾਂ ਨੂੰ ਵੇਖ ਕੇ, ਸ਼ਾਨਦਾਰ ਅਸਥਾਨਾਂ ਨੂੰ ਵੇਖ ਕੇ ਕੋਈ ਐਵੇਂ ਸੋਚ ਸਕਦਾ ਕਿ ਸਿੱਖ ਗਰੀਬ ਨੇ? ਇਹ ਤਾਂ ਸ਼ਬਦ ਹੀ ਨਹੀਂ ਮੈਨੂੰ ਵਰਤਣਾ ਚਾਹੀਦਾ ਕਿ ਸਿੱਖ ਗਰੀਬ ਨੇ। ਲੰਗਰ ਚਲਾਉਣੇ, ਲੰਗਰ ਲਗਾਉਣੇ ਤੇ ਦੂਰ ਦੁਰਾਡੀਆਂ ਥਾਵਾਂ ਤੱਕ ਪਹੁੰਚ ਕਰਨੀ। ਜਿਹੜੇ ਪ੍ਰਸ਼ਾਦੇ ਦੇ ਲੰਗਰ ਹੀ ਨਹੀਂ, ਦਵਾਈਆਂ ਦੀ ਲੋੜ ਹੈ ਉਹਦੇ ਲੰਗਰ ਲਾ ਦੇ ਨੇ, ਹੋਰ ਚੀਜ਼ਾਂ ਦੀ ਲੋੜ ਹੈ ਉਹਨਾਂ ਦੇ ਲੰਗਰ ਲਾ ਦੇ ਨੇ। ਇਹ ਭੁੱਖੇ ਕਰਦੇ ਹੁੰਦੇ ਨੇ। ਸਿੱਖ ਭੁੱਖੇ ਨਹੀਂ ਹੈ। ਲੱਭਿਓ ਜੇ ਸਾਰੀ ਦੁਨੀਆ ਮੰਨੇਗੀ ਕਿ ਸਿੱਖਾਂ ਵਰਗਾ ਅਮੀਰ ਹੀ ਕੋਈ ਨਹੀਂ ਜਗਤ ਦੇ ਵਿੱਚ, ਬ੍ਰਹਿਮੰਡ ਦੇ ਵਿੱਚ, ਜਿੰਨੇ ਸਿੱਖ ਅਮੀਰ ਨੇ। ਪਰ ਇਹ ਅਮੀਰੀ ਕਦੋਂ ਆਉਂਦੀ ਹੈ? ਉਸ ਵੇਲੇ ਜਿਸ ਵੇਲੇ ਅਲਿਪਤ ਰਹੇ, ਅਲਿਪਤ ਨਿਰਲੇਪ ਹੋ ਜਾਂਦਾ ਹੈ। ਪਰਿਵਾਰਕ ਮੋਹ ਤੋਂ, ਸੰਸਾਰੀ ਮੋਹ ਤੋਂ ਅਲਿਪਤ ਰਹੇ ਸ਼ਰਨਾਏ। ਔਰ ਉਹਨਾਂ ਦਾ ਜੀਵਨ ਕੀ ਹੁੰਦਾ ਹੈ? ਉਹਨੀ ਚੱਲਣ ਸਦਾ ਨਿਹਾਲਿਆ। ਉਹਨਾਂ ਨੇ ਵੇਖਿਆ ਪਤਾ ਨਹੀਂ ਅੱਜ ਹੈ ਕਿ ਕੱਲ੍ਹ ਹੈ, ਚਲੇ ਜਾਣਾ ਹੈ। ਹਰ ਖਰਚ ਲਿਆ ਪਤ ਪਾਏ। ਉਹਨਾਂ ਨੇ ਰੱਬੀ ਗੁਣਾਂ ਨੂੰ ਇਕੱਠਾ ਕੀਤਾ, ਰੱਬੀ ਗੁਣਾਂ ਦੀ ਸੰਭਾਲ ਕੀਤੀ, ਜਿਸ ਦੀ ਬਦੌਲਤ ਉਹਨਾਂ ਨੂੰ ਪਤ ਪ੍ਰਾਪਤ ਹੋਈ, ਇੱਜ਼ਤ ਪ੍ਰਾਪਤ ਹੋਈ। ਇਸ ਜਹਾਨ ਵਿੱਚ ਵੀ ਗੁਰਮੁਖ ਦਰਗਾਹ ਮੰਨੀਏ, ਹਰ ਆਪ ਲਏ ਗਲ ਲਾਏ। ਤੇ ਰੱਬੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਮੰਨਿਆ ਜਾਂਦਾ ਹੈ। ਇਹ ਹੁਣ ਬਚਨ ਜਿਹੜੇ ਨੇ ਚੌਥੇ ਪਾਤਸ਼ਾਹ ਜੀ ਦੇ ਬਚਨ ਨੇ। ਅੱਜ ਦਾ ਜਿਹੜਾ ਪਾਵਨ ਸ਼੍ਰੀ ਮੁਖਵਾਕ ਦੇ ਸ਼ਬਦ, ਹਉ ਬਲਿਹਾਰੀ ਤਿਨ ਕੋ ਜੋ ਗੁਰਮੁਖ ਸਿੱਖਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਮਾਣ ਦਿੰਦੇ ਨੇ, ਸਨਮਾਨ ਦਿੰਦੇ ਨੇ, ਸਿਰੋਂ ਪਾਓ ਦਿੰਦੇ ਨੇ, ਸਤਿਕਾਰ ਦਿੰਦੇ ਨੇ। ਮਾਨਯੋਗ ਜੀ ਦੱਸ ਰਹੇ ਸਨ। ਵਾਹ, ਧੰਨਵਾਦ। ਸ਼੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਪਾਵਨ ਸ਼੍ਰੀ ਮੁਖਵਾਕ ਆਇਆ। ਤ੍ਰਿਸ਼ਨਾ ਦਾਦੀ ਜਲ ਮੁਈ, ਜਲ ਜਲ ਕਰੇ ਪੁਕਾਰ। ਤ੍ਰਿਸ਼ਨਾ ਦਾਦੀ, ਦਾਦੀ ਮੈਂ ਨਾ ਸੜੀ ਹੋਈ, ਤ੍ਰਿਸ਼ਨਾ ਦੇ ਨਾਲ ਸੜੀ ਹੋਈ ਸਾਡੀ ਜੀਵ ਆਤਮਾ ਜਲ ਜਲ ਕਰੇ ਪੁਕਾਰ। ਪਰ ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਜੇ ਸਤਿਗੁਰਾਂ ਦਾ ਉਪਦੇਸ਼ ਜਿਹੜਾ ਕਿ ਸਾਡੇ ਜੀਵਨ 'ਚ ਸੀਤਲਤਾ ਵਰਤਾਉਣ ਵਾਲਾ ਹੈ ਸਾਨੂੰ ਮਿਲ ਜਾਵੇ, ਤੇ ਫਿਰ ਇਹ ਜਲਨ ਬੁਝ ਜਾਂਦੀ ਹੈ, ਜਲਨ ਦੂਰ ਹੋ ਜਾਂਦੀ ਹੈ। ਫਿਰ ਜੀਵਨ ਵਿੱਚ ਦੁਬਾਰਾ ਇਹ ਜਲਨ ਪੈਦਾ ਨਹੀਂ ਹੁੰਦੀ, ਔਰ ਨਹੀਂ ਹੋਣੀ ਚਾਹੀਦੀ। ਮੈਂ ਸੈਕੰਡ ਟਾਈਮ ਦੁਹਰਾਉਣ ਲੱਗਾ ਕਿ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਆਪਣਾ ਜੀਵਨ ਅਨੁਭਵ ਸਾਡੇ ਨਾਲ ਸਾਂਝਾ ਕਰਦੇ ਨੇ। ਔਰ ਨਾਲ ਇਹ ਚਾਹੁੰਦੇ ਨੇ ਕਿ ਜੈਸਾ ਜੀਵਨ ਸਾਡਾ ਹੈ ਵੈਸਾ ਜੀਵਨ ਹੀ ਸ਼ਬਦ ਨਾਲ ਜੁੜ ਕੇ ਗੁਰੂ ਕੇ ਸਿੱਖਾਂ ਦਾ ਹੋ ਜਾਏ। ਸਿੱਖ ਵੀ ਇਹ ਸਮਝਣ ਅੰਤ ਬੇਲੀ ਕੋਏ ਨਾ ਹੋਏ। ਸਿੱਖ ਵੀ ਸਮਝਣ ਜਿਵੇਂ ਸਾਨੂੰ ਨਿਰਲੇਪਤਾ ਕਰਤਾਰ ਨੇ ਬਖਸ਼ੀ, ਜਿਸ ਨਿਰਲੇਪਤਾ ਦੀ ਬਦੌਲਤ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਹਾਂਜੀ, ਸੱਤਾ ਜੀ ਜਦੋਂ ਆਖਦੇ ਨੇ ਅਟਲ ਅੜ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਕਦੀ ਬੰਦੇ ਵੀ ਅਟਲ ਹੁੰਦੇ ਨੇ, ਬੰਦੇ ਵੀ ਕਦੀ ਅਥਾ ਹੁੰਦੇ ਨੇ, ਬੰਦੇ ਵੀ ਕਦੀ ਅਤੋਲ ਜਾਂ ਅਡੋਲ ਹੁੰਦੇ ਨੇ। ਲੇਕਿਨ ਬੰਦਾ ਤਦ ਹੀ ਨਹੀਂ ਹੁੰਦਾ ਨਾ ਜੇ ਬੰਦੇ ਦੀ ਸੀਮਾ ਵਿੱਚ ਰਹੇ। ਤਾਂ ਜੇ ਵਾਹਿਗੁਰੂ ਜੀ ਦੀ ਸੀਮਾ ਵਿੱਚ ਚਲਾ ਗਿਆ ਫਿਰ ਤਾਂ ਅਸੀਮ ਹੋ ਗਿਆ, ਵਾਹਿਗੁਰੂ ਜੀ ਦੇ ਗੁਣਾਂ ਦਾ ਵਾਲਾ ਹੋ ਗਿਆ। ਫਿਰ ਤਾਂ ਇਵੇਂ ਸਤਿਗੁਰੂ ਸਾਡੇ ਬਾਬਤ ਚਾਹੁੰਦੇ ਨੇ, ਕਹਿੰਦੇ ਨੇ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ। ਹੋਰ ਕਿਸੇ ਨੂੰ ਭਾਵੇਂ ਸਮਝ ਆਵੇ ਭਾਵੇਂ ਨਾ ਸਮਝ ਆਵੇ, ਪਰ ਗੁਰੂ ਕਿਆਂ ਦੇ ਵਾਸਤੇ ਤਾਂ ਇਹ ਮਾਰਗ ਸਪਸ਼ਟ ਹੈ, ਪ੍ਰਗਟਾ ਸਪਸ਼ਟ ਹੈ, ਦਿਸਦਾ ਪਿਆ ਹੈ।
कोई रस्ते में रुकावट नहीं। गुरमुख दरगाह मन्नीए, हाँ, हर नाम सलाहन नाम मान नाम रहन लिव लाए। ਜਿਹੜੇ ਗੁਰਮੁਖ ਨੇ ਇਹ ਰੱਬੀ ਗੁਣਾਂ ਦੇ ਨਾਲ ਜੁੜੇ ਹੁੰਦੇ ਨੇ, ਰੱਬੀ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਦੇ ਨੇ, ਰੱਬੀ ਗੁਣਾਂ ਨੂੰ ਹਮੇਸ਼ਾ ਚੇਤੇ ਰੱਖਦੇ ਨੇ, ਰੱਬੀ ਗੁਣਾਂ ਦੇ ਧਾਰਨੀ ਹੋ ਕੇ ਜੀਵਨ ਵਿੱਚ ਚੱਲਦੇ ਨੇ। ਅਨਹਦ ਧੁਨੀ ਦਰ ਵੱਜਦੇ ਦਰ ਸੱਚਾ ਸੋਭਾ ਪਾਏ। ਔਰ ਉਹਨਾਂ ਦੇ ਜੀਵਨ ਵਿੱਚ ਹਰ ਵੇਲੇ ਬਹਿੰਦਿਆਂ ਉੱਠਦਿਆਂ ਇਹ ਜਿਹੜੇ ਰੱਬੀ ਗੁਣ ਨੇ ਨਾ, ਉਹਨਾਂ ਦੀ ਧੁਨੀ ਵੱਜਦੀ ਰਹਿੰਦੀ ਹੈ। ਧੁਨੀ ਵੱਜਣ ਤੋਂ ਭਾਵ ਹੈ ਹਰ ਵੇਲੇ ਚੇਤੇ ਰਹਿੰਦੇ ਨੇ, ਜਿਸ ਦੀ ਬਦੌਲਤ ਇਹ ਆਪ ਫਿਰ ਲੋਭ ਅਤੇ ਮੋਹ ਤੋਂ ਬਚੇ ਰਹਿੰਦੇ ਨੇ। ਅੰਤ ਵਿੱਚ ਆ ਕੇ ਆਖਿਆ ਸਾਹਿਬ ਜੀ ਨੇ, ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸ। ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੱਤ ਨੂੰ ਧਾਰਨ ਕੀਤਾ, ਤਿਨਾ ਸਭ ਕੋ ਕਹੈ ਸ਼ਾਬਾਸ਼। ਸਾਰਾ ਜਹਾਨ ਉਹਨਾਂ ਨੂੰ ਸ਼ਾਬਾਸ਼ ਕਹਿੰਦਾ ਹੈ, ਸਾਰਾ ਜਹਾਨ। ਤੇ ਫਿਰ ਕਹਿੰਦੇ ਨੇ, ਤਿਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ। ਇਹ ਪਾਤਸ਼ਾਹ ਜੀ, ਵਾਹਿਗੁਰੂ ਜੀ, ਮੈਂ ਤੁਹਾਡੇ ਦਰ 'ਤੇ, ਜਾਚਕ ਨਾਮ ਹੈ ਮੰਗਤੇ ਦਾ, ਮੰਗਤਾ ਬਣ ਕੇ ਮੈਂ ਅਰਦਾਸ ਕਰਦਾ। ਤਿਨ ਕੀ ਸੰਗਤ ਦੇ ਪ੍ਰਭ, ਜਿਹੜੇ ਆਪ ਮਾਇਆ ਦੇ ਮੋਹ ਤੋਂ, ਸੰਸਾਰ ਦੇ ਮੋਹ ਤੋਂ ਉੱਚੇ ਉੱਠ ਗਏ ਨੇ, ਜਿਨ੍ਹਾਂ ਨੂੰ ਮਿਲਿਆ ਕੇਵਲ ਤੁਹਾਡਾ ਨਾਮ ਹੀ ਚਿਤ ਆਉਂਦਾ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਉਹਨਾਂ ਦੀ ਸੰਗਤ ਬਖਸ਼ੋ। ਨਾਨਕ ਭਾਗ ਵੱਡੇ ਤਿਨਾਂ ਗੁਰਮੁਖਾਂ, ਜਿਨੇ ਅੰਤਰ ਨਾਮ ਪ੍ਰਗਾਸ। ਨਾਨਕ ਭਾਗ ਵੱਡੇ ਤਿਨਾਂ ਗੁਰਮੁਖਾਂ, ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਨੇ। ਕਿਹਨਾਂ ਦੇ? ਜਿਨੇ ਅੰਤਰ ਨਾਮ ਪ੍ਰਗਾਸ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਦੇ ਸ੍ਰੇਸ਼ਟ ਗੁਣਾਂ ਦਾ ਪ੍ਰਕਾਸ਼ ਹੋ ਗਿਆ। ਇਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਜੀਵਨ ਦੇ ਵਿੱਚ ਕੀਤਾ ਹੈ। ਜਿਹੜੀ ਮੈਂ ਸਿੱਖਾਂ ਦੇ ਅਮੀਰ ਹੋਣ ਵਾਲੀ ਗੱਲ ਆਖੀ ਹੈ, ਕਾਹਦੀ ਅਮੀਰੀ ਹੈ ਸਿੱਖਾਂ ਦੇ ਕੋਲ? ਕਿਵੇਂ ਨੇ ਗੁਰੂ ਕੇ ਸਿੱਖ ਅਮੀਰ? ਕਿਵੇਂ ਨੇ ਗੁਰੂ ਕੇ ਲੰਗਰ ਚਲਾਉਣ ਵਾਲੇ ਸਿੱਖ? ਕਿਵੇਂ ਬਣਦੇ ਨੇ? ਇਹਨਾਂ ਦੇ ਕੋਲ ਹੋਰ ਕੁਛ ਨਹੀਂ ਹੈ। ਇਹਨਾਂ ਦੇ 3-3 4-4 ਹੱਥ ਨਹੀਂ ਹਨ। ਇਹਨਾਂ ਦੇ ਕੋਲ ਹੋਰ ਕੋਈ ਵਡਿਆਈ ਨਹੀਂ ਹੈ। ਇਹਨਾਂ ਦੇ ਕੋਲ ਇੱਕ ਵਡਿਆਈ ਹੈ ਕਿ ਇਹਨਾਂ ਦੀ ਝੋਲੀ ਦੇ ਵਿੱਚ ਗੁਰੂ ਕਾ ਸ਼ਬਦ ਹੈ। ਅੰਤਰ ਨਾਮ ਪ੍ਰਗਾਸ। ਔਰ ਨਾਮ ਪ੍ਰਕਾਸ਼ ਦੀ ਬਦੌਲਤ ਹੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚਾਹੁੰਦੇ ਨੇ, ਤੁਸੀਂ ਮੇਰੇ ਨਾਲ ਆਓ, ਮੇਰੀ ਥਾਂ 'ਤੇ ਖੜੋ, ਮੇਰੇ ਨਾਲ ਖੜੋ। ਜਿਵੇਂ ਮੈਂ ਬੋਲਦਾ ਹਾਂ ਇਵੇਂ ਤੁਸੀਂ ਵੀ ਆਖੋ, ਤੁਸੀਂ ਵੀ ਬੋਲੋ। ਭਾਈ ਰੇ ਮੀਤ ਸਖਾ ਪ੍ਰਭ ਸੋਏ, ਮੈਂ ਮੀਤ ਸਖਾ ਪ੍ਰਭ ਸੋਏ, ਮੈਂ ਮੀਤ ਸਖਾ ਪ੍ਰਭ। ਔਰ ਪੁੱਤ ਕਲਤ ਮੋਹ ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ। ਅੰਤ ਬੇਲੀ ਕੋਏ ਨਾ ਹੋਏ, ਅੰਤ ਬੇਲੀ ਕੋਏ ਨਾ। ਵਾਹ, ਮੈਂ ਅਰਦਾਸ ਕਰਦਾ, ਭਾਵਨਾ ਪ੍ਰਗਟ ਕਰਦਾ, ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੀ ਜੀਵਨ ਅਵਸਥਾ ਵੀ ਐਸੀ ਬਣ ਜਾਵੇ ਔਰ ਹੋ ਜਾਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਦੀ ਖਿਮਾ ਬਖਸ਼ਣੀ। ਗੁਰੂ ਰੂਪ ਸੰਗਤਾਂ ਦਾ, ਸਭਨਾ ਮੁਖੀ ਸੱਜਣਾ ਦਾ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।